देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट रजीव भास्कर जी और सरदार इंदरप्रीत सिंह जी, दोनों को जियो आया। बहुत बहुत शुक्रिया रंधावा जी। सत श्री अकाल साਰਿਆਂ ਨੂੰ। ਅੱਜ बड़े अहम दिन च खड़े आ। DSP ਜਿਹੜੇ ਕਿ ਪੰਜਾਬ ਪੁਲਿਸ ਵਿੱਚੋਂ ਬਰਖਾਸਤ ਕੀਤੇ ਗਏ ਬਲਵਿੰਦਰ ਸੇਖੋਂ, ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਮਾਨਹਾਨੀ ਦੇ ਮਾਮਲੇ 'ਚ। ਦੂਜਾ ਮਾਮਲਾ ਬ੍ਰਹਮ ਮਹਿੰਦਰਾ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਾ ਹੈ। ਉਹਨਾਂ ਦੀਆਂ ਸੰਪਤੀਆਂ ਦੀ ਜਾਂਚ ਸਮਾਨਾਂਤਰ ਹੋ ਰਹੀ ਆ। ਨਿਊ ਚੰਡੀਗੜ੍ਹ ਦੇ ਵਿੱਚ ਇੱਕ ਫਾਰਮ ਹਾਊਸ ਦਾ ਜ਼ਿਕਰ ਹੁੰਦਾ ਹੈ। ਅੱਜ ਉਹਨਾਂ ਨੇ ਆਪਣੇ ਸਰੋਤ ਵੀ ਦੱਸਣੇ ਆ ਤੇ ਆਪਣੀ ਆਮਦਨ ਤੇ ਜਾਇਦਾਦ ਦਾ ਖੁਲਾਸਾ ਕਰਨਗੇ, ਅੰਦਰ ਜਾ ਕੇ ਬਾਹਰ ਥੋੜੀ ਕਰਨਗੇ। ਇਹਦੇ ਨਾਲ ਨਾਲ ਅੱਜ ਗਵਰਨਰ ਦੇ ਪੱਤਰ ਦਾ ਜਵਾਬ ਵੀ ਪੰਜਾਬ ਸਰਕਾਰ ਵੱਲੋਂ ਆਉਣਾ ਬਣਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਹੁਤ ਅਹਿਮ ਘਟਨਾਕ੍ਰਮ ਹੈ। ਗਵਰਨਰ ਅਰਸੇ ਬਾਅਦ ਇਸ ਤਰ੍ਹਾਂ ਦੀ ਪੰਜਾਬ ਵਿੱਚ ਸਥਿਤੀ ਦੇਖਣ ਨੂੰ ਮਿਲੀ ਆ, ਸ਼ਾਇਦ ਪਹਿਲੀ ਵਾਰੀ ਕਿ ਬਜਟ ਸੈਸ਼ਨ ਖੜਾ ਹੋ ਗਿਆ। ਕਿ ਅੱਜ ਆਨਨ ਫਾਨਨ ਦੇ ਵਿੱਚ ਮੰਤਰੀ ਮੰਡਲ ਦੀ ਕੋਈ ਮੀਟਿੰਗ ਕਾਲ ਕੀਤੀ ਜਾਣੀ ਚਾਹੀਦੀ ਸੀ ਔਰ ਗਵਰਨਰ ਸਾਹਿਬ ਨੂੰ ਦੁਬਾਰਾ ਭੇਜਣਾ ਚਾਹੀਦਾ ਸੀ ਇਹ ਮਸੌਦਾ ਬਜਟ ਸੈਸ਼ਨ ਦਾ। ਇਹ ਸਰਕਲ ਹੋ ਰਹੀ ਗੱਲ, ਇਹ ਘੇਰਿਆਂ 'ਚ ਘੁੰਮਦੀ ਪਈ ਆ ਕਿ ਆਖਰ ਏਡ ਐਂਡ ਐਡਵਾਈਸ ਕੌਂਸਲ ਆਫ ਮਿਨਿਸਟਰਸ ਦੀ ਹੁੰਦੀ ਆ, ਜਿਹਦੇ ਤੇ ਕੰਮ ਕਰਨਾ ਸੰਵਿਧਾਨਕ ਤੌਰ ਤੇ ਗਵਰਨਰ ਨੇ। ਪਰ ਕੀ ਗਵਰਨਰ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਦੇ ਨਜ਼ਰੀਓਂ ਇੱਕ ਡਾਟਾ ਇਕੱਠਾ ਕਰ ਰਹੇ ਆ, ਕੋਈ ਦਸਤਾਵੇਜ਼ ਤਿਆਰ ਹੋ ਰਿਹਾ, ਸੰਵਿਧਾਨ ਦੀ ਉਲੰਘਣਾ ਦੇ ਜ਼ਿਕਰ ਹੋਣਗੇ ਅਗਲੇ ਦਿਨਾਂ ਦੇ ਵਿੱਚ ਔਰ ਕੇਂਦਰ ਮੁਦਾਖਲਤ ਕਰੇਗਾ, ਦਖਲ ਦੇਗਾ, ਰਾਸ਼ਟਰਪਤੀ ਤੱਕ ਗੱਲ ਜਾਊਗੀ ਜਾਂ ਫਿਰ ਕੋਰਟ ਦੇ ਵਿੱਚ ਗੱਲ ਜਾਊਗੀ, ਇਹ ਦੇਖਣ ਵਾਲੀ ਗੱਲ ਹੈ। ਪਰ ਇਨਵੈਸਟਮੈਂਟ ਸਮਿਟ ਦੇ ਨਜ਼ਰੀਓਂ ਕੱਲ ਕਾਫੀ ਰੌਲੇ ਸੀ। ਇੱਕ ਬਹੁਤ ਵੱਡੀ ਖਬਰ ਬਣਨੀ ਸੀ, ਉਹਦੇ ਮੁਕਾਬਲੇ ਅਜਨਾਲੇ ਤੋਂ ਖਬਰ ਵੱਡੀ ਬਣ ਗਈ। ਅਜਨਾਲੇ 'ਚ ਅੱਜ ਵੀ ਸਵੇਰੇ ਕਾਫੀ ਪੁਲਿਸ ਫੋਰਸਸ ਦਾ ਜਮਾਵੜਾ ਹੈ ਔਰ ਉੱਥੇ ਸੰਗਤੀ ਰੂਪ 'ਚ ਅੰਮ੍ਰਿਤਪਾਲ ਦੇ ਸਮਰਥਕ ਵੀ ਹੈਗੇ ਨੇ। ਅੱਜ ਉਹਨਾਂ ਦਾ ਸਾਥੀ ਛੱਡਿਆ ਜਾਊਗਾ ਔਰ ਉਸ ਤੋਂ ਬਾਅਦ ਹਾਲਾਤ ਕਿਹੋ ਜਿਹੇ ਬਣਦੇ ਆ। ਪਵਨ ਖੇੜਾ ਨੂੰ ਕੱਲ ਰੋਕੇ ਜਾਣ ਤੋਂ ਬਾਅਦ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਆ। ਕਾਂਗਰਸ ਦਾ ਅੱਜ ਇੱਕ ਅਹਿਮ ਈਵੈਂਟ ਹੈ ਜਿਹਦੇ ਵਿੱਚ 24 ਦੀ ਤਿਆਰੀ ਨੂੰ ਲੈ ਕੇ ਗੱਲ ਚੱਲਣੀ ਆ। SYL ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਇੱਕ ਵਾਰੀ ਫਿਰ ਚਰਚਾ ਹੈ। ਹਰਿਆਣੇ ਦੇ ਬਜਟ ਵਿੱਚ 101 ਕਰੋੜ ਰੁਪਇਆ SYL ਕੰਪਲੀਟ ਕਰਨ ਲਈ ਰੱਖ ਲਿਆ ਗਿਆ। ਕੋਈ ਨਾ ਕੋਈ ਚਵੰਤੀ ਲਾਈ ਰੱਖਦਾ, ਚਰਚਾ ਛੇੜੀ ਰੱਖਦਾ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਦਿਨ ਬਹੁਤ ਅਹਿਮ ਆ ਪਰ ਤੁਸੀਂ ਕੱਲ ਪੂਰਾ ਦਿਨ ਬਿਤਾਇਆ ਮੁੱਖ ਮੰਤਰੀ ਦੇ ਨਾਲ। ਮੁੱਖ ਮੰਤਰੀ ਦੇ ਨਾਲ ਕਹਿ ਕੇ ਮੈਂ ਜ਼ਿਆਦਤੀ ਨਹੀਂ ਕਰ ਰਿਹਾ ਤੁਹਾਡੇ ਨਾਲ, ਕਿਉਂਕਿ ਸਮਿਟ 'ਚ ਸੀਗੇ ਤੁਸੀਂ। ਮੁੱਖ ਮੰਤਰੀ ਬਹੁਤ ਸਾਰੇ ਦਾਅਵਿਆਂ ਨਾਲ ਸ਼ਾਮਲ ਹੁੰਦੇ ਆ। 10-11 ਮਹੀਨਿਆਂ ਦੇ ਦਾਅਵੇ ਵੱਡੇ ਨਹੀਂ ਹੋਣੇ ਚਾਹੀਦੇ। ਪਿਛਲੀਆਂ ਸਰਕਾਰਾਂ ਹੱਥ ਤੇ ਹੱਥ ਧਰ ਕੇ ਬੈਠੀਆਂ ਰਹੀਆਂ। ਇਹ ਕਹਿੰਦੇ ਆ ਜਦੋਂ ਅਸੀਂ ਆਪਣੇ 에ਅਰਪੋਰਟਸ ਦੀ ਗੱਲ ਕਰਦੇ ਆ, ਹਾਈਵੇਜ਼ ਦੀ ਗੱਲ ਕਰਦੇ ਆ, ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ, ਫਿਰ ਸਾਨੂੰ ਉਹਨਾਂ ਨੂੰ ਮਾਨਤਾ ਦੇਣੀ ਪਊਗੀ ਭਾਵੇਂ ਉਹ ਕਿੰਨੇ ਵੀ ਨਾ ਅਹਿਲ ਰਹੇ ਹੋਣ। ਗੱਲ ਜ਼ਮੀਨੀ ਹਕੀਕਤਾਂ ਦੀ ਹੋਣੀ ਚਾਹੀਦੀ ਹੈ ਜਿਹਨੂੰ ਲੋਕ ਪਸੰਦ ਵੀ ਕਰਦੇ ਆ। ਪੰਜਾਬ ਨੂੰ ਕੁਝ ਮਿਲਿਆ ਵੈਸੇ ਉਹਨੂੰ ਵੀ ਛੱਡ ਲਓ। ਮੈਨੂੰ ਦੱਸਿਓ ਜ਼ਰਾ ਕਿ ਤੁਸੀਂ ਦੇਖਿਆ ਕਿ ਜਿਹੜਾ ਤੁਹਾਡੀ ਨਜ਼ਰ ਦੇ ਵਿੱਚ ਜਾ ਕੇ ਵਿਰੋਧਾਭਾਸ ਦਾ ਕਾਰਨ ਬਣਿਆ। ਸਭ ਤੋਂ ਪਹਿਲਾਂ ਤਾਂ ਇਹੀ ਸੀਗਾ ਕਿ ਜਿਹੜਾ ਚੀਫ ਮਿਨਿਸਟਰ ਨੇ ਉੱਥੇ ਆਪਣਾ ਭਾਸ਼ਣ ਦਿੱਤਾ ਹੈ, ਉਹਦੇ 'ਚ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਲਗਭਗ ਕੋਸਦੇ ਹੋਏ ਵੀ ਉਹਨਾਂ ਨੇ ਕੁਝ ਕੀਤਾ ਹੀ ਨਹੀਂ, ਮਾਹੌਲ ਹੀ ਨਹੀਂ ਸੀ ਇੱਥੇ ਕੰਮ ਕਰਨ ਦਾ, ਇਹ ਉਹ ਸਾਰਾ ਕੀਤਾ। ਤੇ ਫਿਰ ਜਦੋਂ ਨਾਲ ਨਾਲ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਕੋਲੇ ਕੀ ਹੈ ਇੱਥੇ ਕਰਨ ਵਾਸਤੇ, ਤੁਸੀਂ ਇਸ ਕਿਉਂ ਆਓ ਪੰਜਾਬ 'ਚ, ਜਿਹੜੇ ਇੰਡਸਟਰੀਲਿਸਟਾਂ ਨੂੰ ਉਹਨਾਂ ਨੇ ਸਬਜ਼ ਬਾਗ ਦਿਖਾਏ ਹੈ ਵੀ ਉਹ ਸਾਡੇ ਕੋਲ ਕਿਉਂ ਆਉਣ, ਉਹਦੇ ਵਿੱਚ ਜਿਹੜਾ ਉਹ ਕੰਮ ਗਿਣਾ ਰਹੇ ਸੀ ਉਹਦੇ 'ਚ ਸਭ ਤੋਂ ਪਹਿਲਾਂ ਉਹਨਾਂ ਨੇ ਗਿਣਾਇਆ ਕਿ ਸਾਡੇ ਕੋਲ 4 ਹਾਈਵੇ ਬਣ ਗਿਆ। ਜਿਹੜਾ ਕਿ ਸਾਡੇ ਕੋਲ ਸਭ ਤੋਂ ਪਹਿਲਾਂ ਇੱਕੋ ਹੀ ਹਾਈਵੇ ਸੀਗਾ, ਨੈਸ਼ਨਲ ਹਾਈਵੇ, ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾਂਦਾ। ਹੁਣ ਸਾਡੇ ਕੋਲ 4 ਹਾਈਵੇ ਨੇ ਤੇ ਕੋਈ ਵੀ ਪੰਜਾਬ ਤੋਂ ਏਰੀਆ ਜਿਹੜਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਅੰਮ੍ਰਿਤਸਰ ਜਾਂ ਦਿੱਲੀ ਚੰਡੀਗੜ੍ਹ ਤੋਂ 2 ਜਾਂ 2.5 ਘੰਟੇ ਦੀ ਦੂਰੀ ਤੋਂ ਬਾਹਰ ਹੋਵੇ। ਤਾਂ ਯਾਨੀ ਬਹੁਤ ਅੱਛਾ ਇਨਫਰਾਸਟ੍ਰਕਚਰ ਸਾਡੇ ਕੋਲੇ ਹੈਗਾ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਸਾਡੇ ਕੋਲ 4 에ਅਰਪੋਰਟ ਵੀ ਹੈਗੇ, 2 ਇੰਟਰਨੈਸ਼ਨਲ ਨੇ ਤੇ 2 ਸਾਡੇ ਕੋਲ ਡੋਮੈਸਟਿਕ ਨੇ। ਤੇ ਹਲਵਾਰਾ ਅਸੀਂ ਮਤਲਬ ਨਵੇਂ ਸਿਰੇ ਤੋਂ ਨਵਾਂ ਇੱਕ ਹੋਰ 에ਅਰਪੋਰਟ ਬਣਾ ਰਹੇ ਹਾਂ ਲੁਧਿਆਣੇ ਦੇ ਵਿੱਚ, ਇਹ ਵੀ ਉਹਨਾਂ ਨੇ ਮਤਲਬ ਉੱਥੇ ਗਿਣਾਇਆ। ਫਿਰ ਉਹਨਾਂ ਨੇ ਬਿਜਲੀ ਦੀ ਵੀ ਗੱਲ ਕੀਤੀ ਕਿ ਸਾਡੇ ਕੋਲੇ ਬਿਜਲੀ ਵੀ ਮਤਲਬ ਸਰਪਲਸ ਲੈਵਲ ਤੇ ਹੈਗੀ ਹੈ। ਹੋਰ ਵੀ ਕਈ ਚੀਜ਼ਾਂ ਉਹਨਾਂ ਨੇ ਗਿਣਾਈਆਂ ਜਿਹੜੀਆਂ ਮਤਲਬ ਇਹ ਮਤਲਬ ਚਰਚਾ ਸੀਗੀ ਕਿ ਯਾਰ ਜਦੋਂ ਇਹ ਗੱਲਾਂ ਕਰ ਰਹੇ ਆ ਵੀ ਹੈਗੀਆਂ ਨੇ, ਨਾਲ ਨਾਲ ਉਹ ਇਹ ਕਹਿ ਰਿਹਾ ਵੀ ਯਾਰ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ, ਤਾਂ ਫਿਰ ਇਹ ਕਿਹਨੇ ਕੀਤਾ ਸੀ? ਕੋਈ ਵੀ ਚੀਜ਼ ਦੇਖੋ, ਪ੍ਰੋਗਰੈਸ ਜਿਹੜੀ ਹੁੰਦੀ ਆ ਉਹ ਇੱਕ ਕੰਟੀਨਿਊਸ ਪ੍ਰੋਸੈਸ ਹੈ। ਅਸੀਂ ਕੀ ਉਹਨੂੰ ਰੋਕ ਸਕਦੇ ਹਾਂ?
ਅਸੀਂ ਕੀ ਇਸ ਗੱਲ ਤੋਂ ਬਾਹਰ ਜਾ ਸਕਦੇ ਹਾਂ? ਯਾਰ ਪਿਛਲੀ ਗਵਰਨਮੈਂਟ ਨੇ ਤਾਂ ਕੁਝ ਕੀਤਾ ਹੀ ਨਹੀਂ, ਪਰ ਮੈਂ ਗਣਾ ਉਹਨਾਂ ਦੀ ਕੰਮ ਰਿਹਾ। ਜੇ ਸਪੋਜ਼, ਕਿਉਂਕਿ ਇਹ ਵਨ ਵੇ ਇੱਕ ਉਹ ਹੁੰਦਾ ਸੰਚਾਰ ਦਾ, ਜਿਵੇਂ ਦੇਖੋ ਮੁੱਖ ਮੰਤਰੀ ਬੋਲ ਰਿਹਾ ਤਾਂ ਉਹਨਾਂ ਨੇ ਤਾਂ ਕਿਸੇ ਨੂੰ ਇਹ ਨਹੀਂ ਕੀਤਾ ਨਾ ਵੀ ਜਿਹੜਾ ਕੁਝ ਮੈਂ ਬੋਲ ਰਿਹਾ ਤੁਸੀਂ ਉਸ ਤੇ ਸਵਾਲ ਚੁੱਕ ਸਕਦੇ ਹੋ, ਬੋਲੋ ਵੀ ਮੈਂ ਜਿਹੜਾ ਬੋਲਿਆ ਉਹ ਗਲਤ ਬੋਲਿਆ। ਇਹ ਵਨ ਵੇ ਟ੍ਰੈਫਿਕ ਸੀਗਾ, ਇਸ ਕਰਕੇ ਕਿਸੇ ਨੇ ਪੁੱਛਿਆ ਹੀ ਨਹੀਂ ਉਹਨਾਂ ਤੋਂ ਵੀ ਜਿਹੜੇ ਤੁਸੀਂ ਗਣਾਏ ਨੇ ਕੰਮ ਉਹ ਕਿਹਦੇ ਕੀਤੇ ਹੋਏ ਨੇ, ਕੀ ਪਿਛਲੀ ਸਰਕਾਰਾਂ ਦੇ ਨਹੀਂ ਕੀਤੇ ਹੋਏ? ਤਾਂ ਜਿਹੜੇ ਪਿਛਲੀ ਸਰਕਾਰਾਂ ਦੇ ਨਹੀਂ ਕੀਤੇ, ਕੀ 11 ਮਹੀਨੇ ਚ ਉਹ ਸਿਸਟਮ ਬਣ ਗਿਆ? ਤਾਂ ਮੈਨੂੰ ਲੱਗਦਾ ਕਿ ਇਹ ਮੁੱਖ ਮੰਤਰੀ ਦੀ ਆਪਣੀ ਛਵੀ ਲਈ ਵੀ ਠੀਕ ਨਹੀਂ ਹੈ, ਕਿਉਂਕਿ ਉਹ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਆਏ ਨੇ, ਲੋਕਾਂ ਨੂੰ ਬਹੁਤ ਭਰੋਸਾ ਉਹਨਾਂ ਤੇ, ਪਰ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੇ ਮੈਨੂੰ ਲੱਗਦਾ ਕਿ ਆਪਣੀ ਛਵੀ ਨੂੰ ਕਮਜ਼ੋਰ ਕੀਤਾ। ਦੂਸਰਾ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਇਨਵੈਸਟਮੈਂਟ ਕਿੰਨੀ ਆਊਗੀ ਜਾਂ MOU ਕਿੰਨੇ ਹੋਣਗੇ, ਇਸ ਦੇ ਵਿੱਚ ਨਹੀਂ ਜਾਣਾ, ਅਸੀਂ ਇੱਥੇ ਸਿਰਫ ਚਰਚਾਵਾਂ ਕਰਾਂਗੇ ਔਰ ਆਪਣੇ ਬਾਰੇ ਦੱਸਾਂਗੇ, ਤਾਂ ਤੁਸੀਂ ਇੱਥੇ ਬਸ ਇਨਵੈਸਟਮੈਂਟ ਕਰੋ, ਇਹ ਤੁਹਾਡੇ ਲਈ ਅਸੀਂ ਉਹ ਕਰਾਂਗੇ। ਤਾਂ ਇਹ ਵੀ ਦੇਖੋ ਜਿੰਨੀਆਂ ਵੀ ਹੁਣ ਸਮਿਟਸ ਹੋ ਰਹੀਆਂ ਨੇ, ਚਾਹੇ ਉਹ UP ਦੇ ਵਿੱਚ ਹੋਈ ਹੋਵੇ, ਚਾਹੇ ਤੇਲੰਗਾਨਾ ਦੇ ਵਿੱਚ ਹੋ ਰਹੀ ਹੈ, ਪਿੱਛੇ ਜੇ ਹਰਿਆਣਾ ਦੇ ਵਿੱਚ ਹੋਈ ਹੈ, ਸਾਰੀਆਂ ਸਟੇਟਾਂ ਦੀ ਜਿਹੜੀ ਸੱਤਾਰੂੜ ਪਾਰਟੀ ਹੈ ਉਹ ਲੋਕਾਂ ਕੋਲੇ ਇਹ ਕਹਿਣ ਨੂੰ ਜਾਂਦੀ ਹੈ ਕਿ ਵੀ ਅਸੀਂ ਇਸ ਸਮਿਟ ਦੇ ਵਿੱਚ ਇੰਨੇ ਲੱਖ ਕਰੋੜ ਦੀ ਜਾਂ ਇੰਨੇ 1000 ਕਰੋੜ ਰੁਪਏ ਦੀ ਇੱਕ ਉਹ ਲੈ ਕੇ ਆਏ ਹਾਂ। ਜਿਵੇਂ ਤੁਸੀਂ 2000 ਜੇ ਤੁਹਾਨੂੰ 15 ਵਾਲੀ ਸਮਿਟ ਯਾਦ ਹੋਵੇ, ਜਿਹੜੀ ਪਹਿਲੀ ਸਮਿਟ ਸੀ, ਉਹਦੇ ਵਿੱਚ 1 ਲੱਖ ਕਰੋੜ ਤੋਂ ਉੱਪਰ ਦੇ ਦਾਅਵੇ ਕੀਤੇ ਗਏ ਸੀ, 1,05,000 ਕਰੋੜ ਦੇ ਦਾਅਵੇ ਸੀ ਕਿ ਅਸੀਂ ਇਹ ਇਨਵੈਸਟਮੈਂਟ ਇੱਥੇ ਲੈ ਕੇ ਆਏ ਹਾਂ, ਅੱਜ ਇੰਨੇ MOU ਸਾਈਨ ਹੋਏ ਨੇ। ਠੀਕ ਹੈ, ਬਾਅਦ ਚ ਉਹ ਧਰਾਤਲ ਤੇ ਕਿੰਨੇ ਆਏ ਹੋਣੇ ਇਹ ਬਾਅਦ ਦੀਆਂ ਗੱਲਾਂ ਨੇ, ਲੇਕਿਨ ਇੱਕ ਵਾਰੀ ਕਹਿਣ ਨੂੰ ਤੁਹਾਡੇ ਕੋਲੇ ਹੁੰਦਾ। ਲੇਕਿਨ ਕੱਲ ਮੈਨੂੰ ਲੱਗਿਆ ਕਿ ਇਦਾਂ ਦਾ ਵੀ ਕੋਈ MOU ਸਾਈਨ ਨਹੀਂ ਹੋਇਆ, ਔਰ ਖੁਦ ਮੁੱਖ ਮੰਤਰੀ ਨੇ ਕਲੈਰੀਫਿਕੇਸ਼ਨ ਹੀ ਦੇਤੀ ਕਿ ਜੇ ਅਸੀਂ ਇੱਥੇ MOU ਸਾਈਨ ਨਹੀਂ ਕਰਨੇ, ਅਸੀਂ ਸਿਰਫ ਇਹ ਜਿਹੜੇ ਇੰਡਸਟਰੀ ਦੇ ਦਿੱਗਜ ਆਏ ਨੇ ਇੱਥੇ, ਇਹਨਾਂ ਨਾਲ ਸਮਝਣੀਆਂ ਨੇ ਚੀਜ਼ਾਂ ਤੇ ਉਹਨਾਂ ਦੇ ਅਕੋਰਡਿੰਗ ਪਾਲਿਸੀਜ਼ ਬਣਾਉਣੀਆਂ ਨੇ, ਉਹਨਾਂ ਦੇ ਅਕੋਰਡਿੰਗ ਹੀ ਕੰਮ ਕਰਨਾ। ਇੰਦਰਪ੍ਰੀਤ ਜੀ, ਮੈਨੂੰ ਸਿਰਫ ਇਹ ਦੱਸੋ, ਇੱਕ ਫੋਟੋ ਹਵਾ 'ਚ ਤੈਰਦੀ ਰਹਿੰਦੀ ਹੈ, ਫਲੋਟ ਕਰਦੀ ਹੈ, ਜਿਹਦੇ ਵਿੱਚ ਅੰਬਾਨੀ ਤੋਂ ਲੈ ਕੇ ਬਹੁਤ ਵੱਡੇ ਵੱਡੇ ਲੋਕ ਸ਼ਾਮਲ ਹੋਏ ਸੀ ਸੁਖਬੀਰ ਬਾਦਲ ਦੇ ਟਾਈਮ ਤੇ। ਮੈਂ ਉਹ ਫੋਟੋ ਇੱਕ ਪ੍ਰਭਾਵਸ਼ਾਲੀ ਅਸਰ ਰੱਖਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੀ ਉੱਥੇ ਡਿਨਰ ਤੇ ਮੀਟਿੰਗਸ ਦਾ ਬੰਬੇ ਦੇ ਵਿੱਚ ਜ਼ਿਕਰ ਹੁੰਦਾ ਰਿਹਾ, ਸੁਖਬੀਰ ਬਾਦਲ ਦਾ ਵੀ, ਔਰ ਪਿੱਛੇ ਮੁੱਖ ਮੰਤਰੀ ਸਾਹਿਬ ਹੈਦਰਾਬਾਦ ਔਰ ਇਹਨਾਂ ਬੰਬੇ ਵਗੈਰਾ ਇਹਨਾਂ ਥਾਵਾਂ ਤੇ ਵੀ ਗਏ ਨੇ। ਇਹਦਾ ਅਸਰ ਜੇ ਆਪਾਂ ਕੰਪੈਰੀਜ਼ਨ ਦੇ ਵਿੱਚ ਦੇਖੀਏ ਪਿਛਲੀਆਂ ਇਨਵੈਸਟਮੈਂਟ ਸਮਿਟ ਦੇ ਨਜ਼ਰੀਏ ਤੋਂ, ਤਾਂ ਹੁਣ ਇਸ ਵੇਲੇ ਜਿਹੜਾ ਮੰਚ ਸੀ ਉਹਦਾ ਮਾਹੌਲ ਕਿਹੋ ਜਿਹਾ ਸੀ ਮੁਕਾਬਲਤਨ ਪਿਛਲੇ ਵਾਰੀਆਂ ਦੇ? ਕਿਉਂਕਿ ਇਸ ਵਾਰੀ ਹਾਂ, ਮੈਂ ਉਹ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਸੀ ਜਿਹੜਾ 2015 ਦੇ ਵਿੱਚ ਸੀ। ਤੁਸੀਂ ਦੇਖੋ ਉਸ 'ਚ ਬਹੁਤ ਵੱਡੇ ਵੱਡੇ ਸੀਗੇ, ਮੁਕੇਸ਼ ਅੰਬਾਨੀ, ਲక్ష్ਮੀ ਮਿੱਤਲ, ਇਹ ਸਾਰੇ ਬੰਦੇ ਆਏ ਸੀ। ITC ਦੇ ਚੇਅਰਮੈਨ ਤਾਂ ਖੈਰ ਹੁਣ ਵੀ ਆਏ ਆ, ਲੇਕਿਨ ਉਹ ਵਾਲੀ ਸਮਿਟ ਦੇ ਵਿੱਚ ਤਾਂ ਖੈਰ ਬਹੁਤ ਜ਼ਿਆਦਾ ਵੱਡੀਆਂ ਹਸਤੀਆਂ ਆਈਆਂ ਸੀ ਤੇ ਉਹ MOU ਵੀ ਸਾਈਨ ਹੋਏ ਸੀਗੇ। ਤੇ ਇਸ ਵਾਰ ਤਾਂ ਉਹ ਮਾਹੌਲ ਨਹੀਂ ਦਿਖਿਆ। ਦਿੱਗਜ ਇਸ ਵਾਰ ਵੀ ਆਏ ਹੈਗੇ ਆ, ਮਿੱਤਲ ਹੋਣੀ ਹੁਣ ਵੀ ਹੈਗੇ ਸੀ, ਲੇਕਿਨ ਉਹਨਾਂ ਨੇ ਸਭ ਨੇ ਆਪਣਾ ਸੈਕੰਡ ਇਨ ਕਮਾਂਡ ਹੀ ਭੇਜੇ ਹੋਏ ਆ। ਜਿਵੇਂ ਬਠਿੰਡਾ ਰਿਫਾਈਨਰੀ ਵਾਲੇ ਲక్ష్ਮੀ ਮਿੱਤਲ ਨੇ, ਉਹ ਇਸ ਵਾਰ ਖੁਦ ਆਪ ਨਹੀਂ ਆਏ, ਜਦਕਿ ਉਹ ਪਹਿਲੀ ਵਾਲੀ ਸਮਿਟ 'ਚ ਖੁਦ ਆਪ ਆਏ ਸੀਗੇ। ਤਾਂ ਉਹਨਾਂ ਨੇ ਉੱਥੇ 4000 ਕਰੋੜ ਰੁਪਏ ਦੀ ਉਦੋਂ ਇਨਵੈਸਟਮੈਂਟ ਦੀ ਗੱਲ ਵੀ ਕੀਤੀ ਸੀ, ਜਿਹੜੀ ਕੱਲ ਉਹਨਾਂ ਦੇ ਜਿਹੜਾ MD ਹੈਗੇ, ਬੋਰਡ ਆਫ ਡਾਇਰੈਕਟਰ ਦੇ ਮੈਂਬਰ ਹੈਗੇ ਆ ਪ੍ਰਭ ਦਾਸ, ਉਹਨਾਂ ਨੇ ਕਿਹਾ ਵੀ ਕਿ ਅਸੀਂ ਜੀ ਉਹ ਪੂਰੀ ਕਰਤੀ ਹੈ ਤੇ ਹੁਣ 2500 ਕਰੋੜ ਰੁਪਇਆ ਅਸੀਂ ਹੋਰ ਇਨਵੈਸਟ ਕਰਨ ਜਾ ਰਹੇ ਹਾਂ ਇੱਥੇ, ਜਿਹੜਾ ਪੈਟਰੋ ਕੈਮੀਕਲ ਦੀਆਂ ਸਬੋਰਡੀਨੇਟਰੀਜ਼ ਅੱਗੇ ਯੂਨਿਟਸ ਲੱਗਦੇ ਨੇ ਉਹ ਉਸ ਤੇ ਅਸੀਂ ਲਗਾਵਾਂਗੇ। ਇਸ ਹੋਰ ਵੀ ਬਹੁਤ ਸਾਰੇ ਸੀਗੇ ਉਹਨਾਂ ਦੇ ਉਸ ਟਾਈਮ ਜਦੋਂ ਆਏ ਸੀ, ਕਾਰਗਿਲ ਦੇ ਵੀ ਆਏ ਸੀ, ਤੇ ਲੇਕਿਨ ਉਦੋਂ ਸਭ ਚੇਅਰਮੈਨ ਟਾਈਪ ਆਏ ਸੀਗੇ। ਐਤਕੀ ਮਤਲਬ ਏਦਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਸੈਕੰਡ ਇਨ ਕਮਾਂਡ ਆਏ ਹੋਏ ਆ। ਸੋ ਕੰਪੈਰੀਜ਼ਨ ਤਾਂ ਦੇਖੋ ਨਹੀਂ ਬਣਦਾ, ਮੈਨੂੰ ਨਹੀਂ ਲੱਗਦਾ ਕਿ ਕੰਪੈਰੀਜ਼ਨ ਉਹਦੇ ਨਾਲ ਹੋ ਸਕਦਾ, ਕਿਉਂਕਿ ਉਹ ਸਮਿਟ ਇੱਕ ਮੈਸੇਜ ਦੇਣ ਲਈ ਬਹੁਤ ਪ੍ਰਭਾਵਸ਼ਾਲੀ ਸੀ। ਇਹ ਸਮਿਟ ਉਸ ਤਰ੍ਹਾਂ ਦਾ ਮੈਸੇਜ ਨਹੀਂ ਦੇ ਪਾਈ। ਨਹੀਂ ਇੰਦਰਪ੍ਰੀਤ ਜੀ, ਅਸੀਂ ਉਸ ਗੱਲ ਤੇ ਨਹੀਂ ਜਾਂਦੇ। ਮੇਰਾ ਸਿਰਫ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਪੰਜਾਬ ਸਰਕਾਰ ਬੜੇ ਸਾਰੇ ਸੰਕਟਾਂ ਨਾਲ ਜੂਝ ਰਹੀ ਆ, ਬਹੁਤ ਥਾਈਂ ਫਸੀ ਮਹਿਸੂਸ ਹੁੰਦੀ ਹੈ। ਜਿਹੜੀ ਕੰਮ ਕਰਨ ਵਾਲੀ ਇੱਕ ਧਾਰਾ ਹੁੰਦੀ ਆ, ਉਹ ਹੁੰਦੀ ਹੈ ਬਿਊਰੋਕ੍ਰੇਸੀ। ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਸੁਖਬੀਰ ਬਾਦਲ ਦੀ ਕਮਿਟਮੈਂਟ, ਭਗਵੰਤ ਮਾਨ ਦੀ ਜਾਂ ਕੈਪਟਨ ਅਮਰਿੰਦਰ ਦੀ, ਇਹਨਾਂ ਨੂੰ ਕੰਪੈਰੀਜ਼ਨ 'ਚ ਲਿਆਈਏ ਜਾਂ ਇਹਨਾਂ ਦੀ ਅਪਰੋਚ ਨੂੰ ਕੰਪੈਰੀਜ਼ਨ 'ਚ ਲਿਆਈਏ। ਸਵਾਲ ਇਸ ਗੱਲ ਦਾ ਹੈ ਕਿ ਉਦੋਂ ਵੀ ਕੰਮ ਕਰਨ ਵਾਲੇ ਉਹੀ ਸੰਦ ਸੀਗੇ, ਉਹੀ ਅਫਸਰ ਸੀਗੇ। ਕੈਪਟਨ ਵੇਲੇ ਵੀ ਅਫਸਰ ਹੀ ਕੰਮ ਕਰ ਰਹੇ ਸੀ ਤੇ ਹੁਣ ਵੀ ਅਫਸਰ ਕਰ ਰਹੇ ਆ। ਮੇਰਾ ਮਤਲਬ ਇਹ ਹੈ ਕਿ
ਜਦੋਂ ਕਿਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਅਗਾਊਂ 4-4 6-6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੇ ਕਿ ਆਹ ਡੇਟ ਸਾਡੀ ਇਸ ਦਿਨ, ਫਿਰ ਉਸ ਤੋਂ ਬਾਅਦ ਤੁਹਾਡੇ ਐਫਰਟਸ ਕਿੰਨੇ ਲੱਗਦੇ ਆ, ਤੁਹਾਡੀ ਕਨਵਿੰਸਿੰਗ ਪਾਵਰ ਕਿੰਨੀ ਆ, ਤੁਸੀਂ ਲੋਕਾਂ ਨੂੰ ਕਿਵੇਂ ਸਮਝਾ ਸਕਦੇ ਹੋ ਕਿ ਇੱਥੇ ਆਓ, ਕਿਸ ਖੇਤਰ 'ਚ ਕੀ ਪਿਆ, ਔਰ ਸਾਡੇ ਪੰਜਾਬ ਲਈ ਕਿਸ ਖੇਤਰ 'ਚ ਇਨਵੈਸਟਮੈਂਟ ਬਹੁਤ ਜ਼ਰੂਰੀ ਆ। ਉਹਨਾਂ ਥਾਵਾਂ ਤੇ ਆਪਾਂ ਨੌਕ ਕਰਦੇ ਆ। ਇਹ ਅਫਸਰਸ਼ਾਹੀ ਦੀ ਅਪਰੋਚ ਨੂੰ ਲੈ ਕੇ, ਉਹਨਾਂ ਦੇ ਸਟੇਟ ਦੇ ਨਾਲ ਕਮਿਟਮੈਂਟ ਨੂੰ ਲੈ ਕੇ, ਨਜ਼ਰੀਏ ਨੂੰ ਲੈ ਕੇ ਬੜੀਆਂ ਅਹਿਮ ਚੀਜ਼ਾਂ ਨੇ। ਗਵਰਨਰ ਦੇ ਪੱਤਰ ਤੋਂ ਲੈ ਕੇ ਅੰਮ੍ਰਿਤਪਾਲ ਵਾਲੇ ਸਾਰੇ ਮਾਮਲੇ ਨੂੰ ਸਿੱਝਣ ਤੱਕ ਲੈ ਕੇ ਹਰ ਚੀਜ਼ ਦੇ ਮਾਮਲੇ 'ਚ ਮੈਨੂੰ ਲੱਗਦਾ ਕਿ ਪ੍ਰਸ਼ਾਸਨਿਕ ਫੇਲੀਅਰ ਕਾਫੀ ਦਿਸ ਰਿਹਾ, ਔਰ ਇਹ ਕਾਫੀ ਗੈਪਸ ਨਜ਼ਰ ਆ ਰਹੇ ਆ। ਇਹਨਾਂ ਗੈਪਸ ਨੂੰ ਐਡਰੈਸ ਕਰਨ ਦੇ ਨਜ਼ਰੀਏ ਤੋਂ ਮੈਂ ਗੱਲ ਕਰ ਰਿਹਾ ਸੀ ਕਿ ਬਿਊਰੋਕ੍ਰੇਸੀ ਉਹਨੇ ਚੰਗੇ ਤਰੀਕੇ ਨਾਲ ਸਪੋਰਟ ਨਹੀਂ ਕਰ ਰਹੀ, ਜਾਂ ਬਿਊਰੋਕ੍ਰੇਸੀ ਨਾਲ ਦੂਰੀ ਬਣ ਗਈ ਆ ਸੱਤਾ ਦੀ, ਜਾਂ ਫਿਰ ਭਰੋਸਾ ਨਹੀਂ, ਪਰਸਪਰ ਵਿਸ਼ਵਾਸ ਨਹੀਂ ਰਿਹਾ। ਮੈਨੂੰ ਇਹ ਲੱਗ ਰਿਹਾ ਕਿ ਭਰੋਸੇ ਦੀ ਇੱਕ ਉਹ ਮੈਨੂੰ ਲੱਗ ਰਹੀ ਹੈ ਕਮੀ ਦਿਖ ਰਹੀ ਹੈ। ਮਤਲਬ ਕਾਫੀ ਅਸੀਂ ਪਿਛਲੀ ਵਾਰ ਵੀ ਜਦੋਂ ਗੱਲ ਕੀਤੀ ਸੀ, ਜਾਂ ਉਂਝ ਵੀ ਅਫਸਰਸ਼ਾਹੀ ਨਾਲ ਜਦੋਂ ਗੱਲ ਕਰਦੇ ਰਹਿੰਦੇ ਆ, ਸੀਨੀਅਰ ਬਿਊਰੋਕਰੇਟ ਜਿਹੜੇ ਹੁੰਦੇ ਆ, ਤਾਂ ਉਹਨਾਂ 'ਚ ਕੋਈ ਜ਼ੀਲ ਨਹੀਂ ਦਿਖ ਰਹੀ। ਮਤਲਬ ਕੰਮ ਕਰਨ ਦੀ ਇੱਕ ਜ਼ੀਲ ਹੁੰਦੀ ਹੈ ਵੀ ਜਦੋਂ ਤੁਸੀਂ ਇੰਪਾਵਰ ਕਰਦੇ ਹੋ ਕਿਸੇ ਬੰਦੇ ਨੂੰ ਕਿ ਯਾਰ ਤੂੰ ਕਰਨਾ ਹੈ, ਸਭ ਕੁਝ ਤੇਰੇ ਕੋਲ ਹੈ, ਤਾਂ ਫਿਰ ਉਹ ਜ਼ੀਲ ਦਿਖਾਉਂਦਾ ਆਪਣੀ। ਇਸ ਟਾਈਮ ਇੱਥੇ ਥੋੜੀ ਜਿਹੀ ਮੈਨੂੰ ਜ਼ੀਲ ਦੀ ਕਮੀ ਨਜ਼ਰ ਆ ਰਹੀ ਹੈ। ਦੂਜਾ, ਮੈਨੂੰ ਪੋਲੀਟੀਕਲ ਤੌਰ ਤੇ ਥੋੜਾ ਜਿਹਾ ਉਹ ਵੀ ਨਜ਼ਰ ਆ ਰਿਹਾ ਕਿ ਜਿਸ ਤਰ੍ਹਾਂ ਕੱਲ ਹੀ ਜਿਹੜੀ ਸਮਿਟ ਹੈ, ਦੇਖੋ ਕੱਲ ਅਗਰ ਬਾਕੀ ਦੋ ਘਟਨਾਵਾਂ ਨਾ ਹੁੰਦੀਆਂ, ਜਾਂ ਅੰਮ੍ਰਿਤਪਾਲ ਵਾਲੀ ਜਾਂ ਗਵਰਨਰ ਵਾਲੀ ਨਾ ਹੁੰਦੀ, ਤਾਂ ਮੈਨੂੰ ਲੱਗਦਾ ਕਿ ਸਮਿਟ ਨੂੰ ਪੂਰੇ ਮੀਡੀਆ 'ਚ ਬਹੁਤ ਜ਼ਿਆਦਾ ਵੱਡੀ ਥਾਂ ਦੇਖਣ ਨੂੰ ਮਿਲਦੀ। ਪਰ ਕਿਉਂਕਿ ਜਾਂ ਤਾਂ ਇਹ ਪੋਲੀਟੀਕਲੀ ਮਤਲਬ ਉਸ ਨੂੰ ਸਕੋਰ ਕਰਨ ਲਈ ਗਵਰਨਰ ਸਾਹਿਬ ਨੇ ਕੱਲ ਦਾ ਦਿਨ ਚੁਣਿਆ, ਹਾਲਾਂਕਿ ਉਹਨਾਂ ਨੇ ਦਿਨ ਜਿਹੜਾ ਉਹਨਾਂ ਨੂੰ 15 ਦਿਨ ਦਾ ਦਿੱਤਾ ਹੋਇਆ, ਉਹ ਕੱਲ ਨਹੀਂ ਬਣਦੀ ਸੀ ਡੇਟ ਉਹਦੇ ਲਈ ਹਜੇ ਸਮਾਂ ਪਿਆ ਹੈ। ਪਰ ਕੱਲ ਹੀ ਉਹਨਾਂ ਨੇ ਜਿਹੜੀ ਚਿੱਠੀ ਲਿਖ ਕੇ ਇੱਕ ਮਤਲਬ ਹੋਰ ਪੱਤਰ ਬੰਬ ਸਿੱਟਤਾ, ਉਹਦੇ ਨਾਲ ਮੈਨੂੰ ਲੱਗਦਾ ਕਿ ਉਹ ਪੋਲੀਟੀਕਲ ਤੌਰ ਤੇ ਉਹਨੂੰ ਵੀ ਜਿਹੜੀ ਸਮਿਟ ਦਾ ਇੱਕ ਮਾਹੌਲ ਹੈ ਉਹਨੂੰ ਵੀ ਥੋੜਾ ਡਾਊਨਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਦੀ ਨਾਲ ਜਿਹੜਾ ਅੰਮ੍ਰਿਤਪਾਲ ਵਾਲਾ ਹੈਗਾ, ਉਹਨੇ ਤਾਂ ਬਿਲਕੁਲ ਹੀ ਦੇਖੋ ਨਾ ਇਸ ਸਮਿਟ ਨੂੰ ਹਾਸ਼ੀਏ ਤੇ ਹੀ ਭੇਜਤਾ। ਮਤਲਬ ਉਹ ਸਾਰੇ ਅਖਬਾਰਾਂ ਦੇ ਵਿੱਚ ਤੁਸੀਂ ਦੇਖੋ ਮੇਨ ਲੀਡ ਹੁਣ ਅੰਮ੍ਰਿਤਪਾਲ ਵਾਲੀ ਹੈ, ਨਾ ਕਿ ਸਮਿਟ ਵਾਲੀ ਹੈ। ਭਾਸਕਰ ਸਾਹਿਬ, ਇਹ ਸਾਰੀਆਂ ਗੱਲਾਂ ਨੂੰ ਜਿੰਨਾ ਤੁਸੀਂ ਸੁਣਿਆ, ਮੈਂ ਤੁਹਾਨੂੰ, ਤੁਸੀਂ ਬੇਸ਼ੱਕ ਬਾਕੀ ਖਬਰਾਂ ਨੂੰ ਅਸੀਂ ਪਾਸੇ ਰੱਖ ਲੈਂਦੇ ਆ, 3 ਚੀਜ਼ਾਂ ਅਤਿਮ ਐਡਰੈਸ ਕਰਨ ਵਾਲੀਆਂ ਨੇ ਕਿ ਗਵਰਨਰ ਅੰਮ੍ਰਿਤਪਾਲ ਦਾ ਇਸ਼ੂ, ਕੱਲ ਕੋਟ ਫੱਤੇ ਦਾ ਫੜੇ ਜਾਣਾ, ਔਰ ਅੱਜ ਸਮਾਨਾਂਤਰ, ਕਿਉਂਕਿ ਅੱਜ ਦੂਜਾ ਦਿਨ ਆ ਇਸ ਸਮਿਟ ਦਾ, ਅੱਜ ਡੀਐਸਪੀ ਬਲਵਿੰਦਰ ਸੇਖੋਂ ਨੂੰ ਵੀ ਪੇਸ਼ ਕੀਤਾ ਜਾਣਾ। ਇਹ ਵੀ ਬੜਾ ਭਖਦਾ ਮੁੱਦਾ ਨਸ਼ਿਆਂ ਵਾਲਾ। ਚੀਜ਼ਾਂ ਬਹੁਤ ਇਕੱਠੀਆਂ ਹੋ ਗਈਆਂ। ਇੱਥੇ ਮਿਸਮੈਨੇਜਮੈਂਟ ਵੀ ਹੋ ਰਹੀ ਹੈ, ਇੱਥੇ ਸਾਨੂੰ ਸਮਾਂ ਰਹਿੰਦਿਆਂ ਪ੍ਰਬੰਧ ਕਰਨ ਦੇ ਨਜ਼ਰੀਏ ਤੋਂ ਦਿੱਕਤ ਆ ਰਹੀ ਹੈ ਕਿ ਸਾਡੀ ਸ਼ਾਖਾ, ਹਰ ਸ਼ਾਖਾ, ਭਾਵੇਂ ਪੁਲਿਸ ਹੋਵੇ, ਪ੍ਰਸ਼ਾਸਨ ਹੋਵੇ, ਸਾਡੇ ਆਪਣੇ ਜਿਹੜੇ ਪੋਲੀਟੀਕਲ ਕੁਲੀਗ ਹੋਣ, ਮੰਤਰੀ ਮੰਡਲ ਦੇ ਲੋਕ, ਐਮਐਲਏ, ਇਹ ਇੱਕ ਸਿਸਟਮ ਦੇ ਵਿੱਚ ਬਖਰਾ ਹੈ, ਖੰਡਰਾ ਹੈ, ਇੰਜ ਲੱਗ ਰਿਹਾ। ਰੰਧਾਵਾ ਜੀ, ਕੱਲ 3 ਵੱਡੀ ਘਟਨਾਵਾਂ ਵਾਪਰੀਆਂ। ਇੱਕ ਗਵਰਨਰ ਸਾਹਿਬ ਦਾ ਉਹ ਲੈਟਰ ਬੰਬ, ਦੂਜਾ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ, ਅੰਮ੍ਰਿਤਪਾਲ ਦੇ ਸਪੋਰਟਰਸ ਨੇ ਪੁਲਿਸ ਦੇ ਨਾਲ ਇੱਕ ਟਕਰਾਵ ਦੀ ਸਥਿਤੀ ਤੋਂ ਬਾਅਦ ਸਰਕਾਰ ਕਿੱਥੇ ਨਜ਼ਰ ਆਈ, ਤੀਜਾ ਜਿਹੜਾ ਅਮਿਤ ਰਤਨ ਕੋਟ ਫੱਤੇ ਨੂੰ ਫੜਿਆ। ਜੇ ਅਸੀਂ ਗਵਰਨਰ ਦੇ ਲੈਟਰ ਦਾ ਜ਼ਿਕਰ ਕਰੀਏ ਤੇ ਇਹ ਇੱਕ ਬੜੀ ਵੱਡੀ ਕਨਸਟੀਟਿਊਸ਼ਨਲ ਕ੍ਰਾਈਸਿਸ, ਕਿਉਂਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਗਵਰਨਰ ਤੇ ਸਰਕਾਰ ਦਾ ਟਕਰਾਵ ਦੇਖਣ ਨੂੰ ਮਿਲਿਆ ਹੈ, ਪਰ ਸਭ ਤੋਂ ਵੱਡਾ ਟਕਰਾਵ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ ਜਦ ਕਾਉਂਸਲ ਆਫ ਮਿਨਿਸਟਰ ਯਾਨੀ ਕੈਬਨਿਟ ਨੇ ਪ੍ਰਪੋਜ਼ ਕੀਤਾ ਕਿ 3 ਤਰੀਕ ਨੂੰ ਬਜਟ ਸੈਸ਼ਨ ਦੀ ਅਨੁਮਤੀ ਦਿੱਤੀ ਜਾਏ। ਗਵਰਨਰ ਸਾਹਿਬ ਨੇ ਸਾਫ਼ ਤੌਰ ਤੇ ਪਹਿਲੇ ਤੇ ਉਸ ਲੈਟਰਾਂ ਦਾ ਜ਼ਿਕਰ ਕੀਤਾ, ਉਸ ਟਵੀਟ ਦਾ ਜ਼ਿਕਰ ਕੀਤਾ ਜਿਹੜਾ ਮੁੱਖ ਮੰਤਰੀ ਨੇ ਉਹਨਾਂ ਨੂੰ ਲਿਖਿਆ ਸੀ। ਉਹਨਾਂ ਨੇ ਉਸ ਲੈਟਰ ਨੂੰ ਅਨਕਨਸਟੀਟਿਊਸ਼ਨਲ, ਅਨਪਾਰਲੀਮੈਂਟਰੀ ਔਰ ਇੱਥੇ ਤੱਕ ਵੀ ਕਿਹਾ ਕਿ ਉਹ ਅਪਮਾਨਜਨਕ ਸ਼ਬਦ ਜਿਸ ਤਰੀਕੇ ਨਾਲ ਉਹਦੇ 'ਚ ਲਿਖੇ ਨੇ, ਔਰ ਇਹ ਵੀ ਕਹਿ ਦਿੱਤਾ ਕਿ ਪਹਿਲੇ ਲੀਗਲ ਕੰਸਲਟੈਂਸੀ, ਉਸ ਤੋਂ ਬਾਅਦ ਸੈਸ਼ਨ ਬੁਲਾਉਣ ਦੀ ਗੱਲਾਂ ਹੋਣਗੀਆਂ। ਸਰਕਾਰ ਭਾਵੇਂ ਇਸ ਮੁੱਦੇ ਦੇ ਉੱਤੇ ਕੱਲ ਤੇ ਕੁਝ ਨਹੀਂ ਬੋਲੀ, ਪਰ ਅੱਜ ਏਦਾਂ ਦੀ ਕੰਸੋ ਹੈਗੀ ਹੈ ਕਿ ਕੁਝ ਲੀਗਲ ਐਕਸਪਰਟਸ ਦੇ ਨਾਲ ਇਸ ਮੁੱਦੇ ਤੇ ਕਿੱਦਾਂ ਅੱਗੇ ਵਧਣਾ ਉਹਦੀ ਕੋਈ ਕੰਸਲਟੇਸ਼ਨ ਚੱਲਦੀ ਪਈ ਹੈ। ਇਹ ਟਕਰਾਵ ਪੈਦਾ ਹੋਇਆ। ਇਹ ਟਕਰਾਵ ਕਰਨ ਤੋਂ ਬਾਅਦ ਜੇ ਉਹ ਸੈਸ਼ਨ ਸਰਕਾਰ ਆਪਣੇ ਪੱਧਰ ਤੇ ਬੁਲਾ ਵੀ ਲੈਂਦੀ ਹੈ ਜਾਂ ਫਿਰ ਅੱਜ ਕੈਬਨਿਟ ਦੀ ਮੀਟਿੰਗ ਕਰਕੇ ਦੁਬਾਰਾ ਗਵਰਨਰ ਸਾਹਿਬ ਨੂੰ ਉਹ ਰਿਕੁਐਸਟ ਦੁਬਾਰਾ ਭੇਜਦੀ ਹੈ, ਤਦ ਵੀ ਇਹ ਕਨਸਟੀਟਿਊਸ਼ਨਲ ਕ੍ਰਾਈਸਿਸ ਖਤਮ ਨਹੀਂ ਹੋਏਗਾ, ਕਿਉਂਕਿ ਗਵਰਨਰ ਐਡਰੈਸ ਗਵਰਨਰ ਕਰਨਗੇ ਜਾਂ ਨਹੀਂ, ਉਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੋਇਆ। ਔਰ ਜੋ ਕੁਝ ਅਜਨਾਲਾ ਦੇ ਵਿੱਚ ਹੋਇਆ, ਇੰਨੀ ਵੱਡੀ ਤਾਦਾਦ ਦੇ ਵਿੱਚ ਅੰਮ੍ਰਿਤਪਾਲ ਦੇ ਸਪੋਰਟਰਾਂ ਦਾ ਉੱਥੇ ਜਾਣਾ ਔਰ ਉਸ ਤੋਂ ਬਾਅਦ ਪੁਲਿਸ ਦਾ ਘੁੱਟਨੇ ਟੇਕ ਦੇਣਾ,
क्योंकि SSP सतिंदर सिंह ਜਿਹੜੇ ਅੰਮ੍ਰਿਤਸਰ ਰੂਰਲ ਦੇ ਪੁਲਿਸ SSP ਹੈਗੇ ਆ, ਉਹਨਾਂ ਨੇ ਕੱਲ ਇਸ ਮੀਟਿੰਗ ਤੋਂ ਬਾਅਦ ਜਿਹੜੀ ਅੰਮ੍ਰਿਤਪਾਲ ਦੇ ਨਾਲ ਉਹਨਾਂ ਦੀ ਹੋਈ, ਕਹਿੰਦੇ ਬੜੇ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ। ਤੁਸੀਂ ਦੇਖੋ ਕਿ ਮਾਹੌਲ ਵਧੀਆ ਸੀਗਾ, ਕਿੰਨੇ ਪੁਲਿਸ ਵਾਲੇ ਫੱਟੜ ਹੋ ਗਏ। ਗੁਰੂ ਗ੍ਰੰਥ ਸਾਹਿਬ ਦਾ ਉਸ ਧਰਨੇ ਪ੍ਰੋਟੈਸਟ ਵਾਲੀ ਸਾਈਡ ਤੇ ਲੈ ਕੇ ਜਾਣਾ, ਇਹਦੇ ਉੱਤੇ ਵੀ ਇੱਕ ਨਵਾਂ ਵਿਵਾਦ ਜ਼ਰੂਰ ਸ਼ੁਰੂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਤੇ ਇੱਥੇ ਤੱਕ ਕਹਿਤਾ ਕਿ ਵੀ ਇਹ ਸਿਰਫ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਨਹੀਂ, ਉਸ ਤੋਂ ਵੀ ਵਧੀ ਹੋਈ ਸਥਿਤੀ ਪੈਦਾ ਹੋ ਗਈ ਹੈ ਪੰਜਾਬ ਦੇ ਵਾਸਤੇ। ਔਰ ਟੈਰਰਿਜ਼ਮ ਦੇ ਟਾਈਮ ਜਾਂ ਮਿਲੀਟੈਂਸੀ ਦੇ ਟਾਈਮ ਵੀ ਐਦਾਂ ਦੀ ਘਟਨਾ ਨਹੀਂ ਹੋਈ ਕਿ ਥਾਣੇ ਦੇ ਉੱਤੇ ਐਦਾਂ ਕਬਜ਼ਾ ਕਰਕੇ ਤੁਸੀਂ ਆਪਣੇ ਕਿਸੇ ਵਿਅਕਤੀ ਨੂੰ ਜਾਂ ਆਪਣੇ ਕਿਸੇ ਸਾਥੀ ਨੂੰ ਛੁਡਾਉਣ ਵਾਸਤੇ ਇਹ ਕੰਮ ਹੋਇਆ ਹੋਏ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ। ਸਰਕਾਰ ਦੀ ਬੜੀ ਜ਼ਬਰਦਸਤ ਫਜ਼ੀਅਤ ਹੋ ਰਹੀ ਹੈ। ਸਰਕਾਰ ਇਸ ਮੁੱਦੇ ਦੇ ਉੱਤੇ ਝੁਕਦੀ ਨਜ਼ਰ ਆਈ ਤੇ ਅੱਗੇ ਚੱਲ ਕੇ ਸਰਕਾਰ ਵਾਸਤੇ ਹੋਰ ਮੁਸ਼ਕਿਲਾਂ ਖੜੀ ਹੋ ਸਕਦੀ ਹੈ, ਕਿਉਂਕਿ ਗਵਰਨਰ ਸਾਹਿਬ ਦੀ ਉਸ ਲੀਗਲ ਕੰਸਲਟੈਂਸੀ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਇਹ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਦਾ ਮੁੱਦਾ ਵੀ ਗਵਰਨਰ ਉਠਾ ਸਕਦੇ ਨੇ। ਔਰ ਇਸ ਮੁੱਦੇ ਦੇ ਉੱਤੇ ਉਹ ਜਿਹੜੀ ਤੁਸੀਂ ਰਾਸ਼ਟਰਪਤੀ ਦੇ ਕੋਲ ਹੈ ਮੁੱਦਾ ਚਲੇ ਜਾਏ ਔਰ ਪ੍ਰੈਜ਼ੀਡੈਂਟ ਰੂਲ ਆਉਣ ਦੀ ਗੱਲ ਹੋਏ, ਗੱਲ ਉਸ ਪਾਸੇ ਵੀ ਵੱਧਦੀ ਨਜ਼ਰ ਆ ਰਹੀ ਹੈ, ਜੋ ਪੰਜਾਬ ਵਾਸਤੇ ਇੱਕ ਬੜੀ ਇੱਕ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਜੋ ਹਜੇ ਪੰਜਾਬ ਬਰਦਾਸ਼ਤ ਨਹੀਂ ਕਰ ਸਕਦਾ। ਇੰਦਰਪ੍ਰੀਤ ਜੀ, ਕੱਲ ਮੁੱਖ ਮੰਤਰੀ ਟਲਦੇ ਨਜ਼ਰ ਆਏ। ਇੱਕ ਚੀਜ਼ ਇਹਦੇ ਚ ਮੈਂ ਹੋਰ ਸ਼ਾਮਲ ਕਰ ਦਿੰਦਾ ਹੈ ਕਿ ਪਿਛਲੀ ਚਿੱਠੀ ਦੇ ਵਿੱਚ ਗਵਰਨਰ ਨੇ ਹਵਾਲੇ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਮੇਂ-ਸਮੇਂ ਮਿਲੀਆਂ ਦੀ ਸ਼ਿਕਾਇਤਾਂ ਦੇ ਆਧਾਰ ਤੇ ਦਿੱਤੇ ਸੀ। ਉਹਨਾਂ ਨੇ ਦਖਲ ਦੇਣ ਦੀ ਗੱਲ ਨਹੀਂ ਕਬੂਲੀ ਵੀ ਸੰਵਿਧਾਨਕ ਤੌਰ ਤੇ ਮੈਂ ਦਖਲ ਨਹੀਂ ਦੇ ਰਿਹਾ, ਕਿਉਂਕਿ ਜਿਹੜੇ ਸਟੇਟ ਸਬਜੈਕਟ ਨੇ ਮੁੱਖ ਮੰਤਰੀ ਨੇ ਇਹ ਕਹਿ ਕੇ ਡਿਨਾਈ ਕਰਤਾ ਨਾ ਕਿ ਮੈਂ 3 ਕਰੋੜ ਦਾ ਨੁਮਾਇੰਦਾ ਹੈ, ਤੁਹਾਨੂੰ ਜਵਾਬ ਦੇ ਨਹੀਂ ਇੱਕ ਨੋਮੀਨੇਸ਼ਨ ਨੂੰ। ਸਵਾਲ ਇਸ ਗੱਲ ਦਾ ਹੈ ਕਿ ਗਵਰਨਰ ਨੇ ਬੜੀ ਚਤੁਰਾਈ ਨਾਲ, ਬੜੀ ਸਿਆਣਪ ਨਾਲ ਉਹਨਾਂ ਸਾਰੀਆਂ ਚਿੱਠੀਆਂ ਦੇ ਹਵਾਲੇ ਦੇ ਕੇ ਲਿਖਿਆ ਕਿ ਫਲਾਣੇ ਵੇਲੇ ਆ ਸ਼ਿਕਾਇਤ, ਫਲਾਣੇ ਵੇਲੇ ਆ, ਭਾਵੇਂ ਨਵਲ ਅਗਰਵਾਲ ਦੀ ਹੋਵੇ ਜਾਂ ਕਿਸੇ ਹੋਰ ਦੀ। ਜੇਕਰ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਗੱਲ ਕਰ ਰਿਹਾ, ਇਹ ਸਾਰੇ ਮਾਮਲਿਆਂ ਨੂੰ ਗਵਰਨਰ ਇੱਕ ਵਾਰੀ ਫਿਰ ਸੋ ਮੋਟੋ ਲੈ ਕੇ ਇਸ ਤਰ੍ਹਾਂ ਦੀ ਚਿੱਠੀ ਲਿਖ ਦਿੰਦੇ ਅਮਨ ਕਾਨੂੰਨ ਨੂੰ ਲੈ ਕੇ ਵੀ ਰਾਜ ਸਰਕਾਰ ਇਹਦੇ ਚ ਕੀ ਕਰਦੀ ਰਹੀ, ਇਹਦੇ ਤੇ ਅਗਾਊਂ ਪ੍ਰਬੰਧ ਕੀ ਕੀਤੇ, ਮੌਕੇ ਤੇ ਤੁਸੀਂ ਕੀ ਕੀਤਾ, ਉਹ ਪਰਚਾ ਕੀ ਆ, ਕੀਤਾ ਕਿਉਂ ਗਿਆ, ਜੇ ਕੀਤਾ ਗਿਆ ਠੀਕ ਸੀ ਤੇ ਉਹਨੂੰ ਇੰਨੀ ਕਾਹਲੀ ਦੇ ਵਿੱਚ ਤੁਸੀਂ ਵਾਪਸ ਲੈਣ ਦੀ ਗੱਲ ਕਰਦੇ ਹੋ। ਤੁਸੀਂ ਪਹਿਲਾਂ ਕਿਸੇ ਨੂੰ ਦੋਸ਼ੀ ਕਹਿ ਕੇ ਫੜ ਲੈਂਦੇ ਹੋ, ਫਿਰ ਤੁਸੀਂ ਉਹਨੂੰ ਬੇਕਸੂਰ ਕਹਿ ਕੇ ਕਹਿੰਦੇ ਹੋ ਕਿ ਉਹ ਤਾਂ ਪਰਚੇ ਚੋਂ ਤਾਂ ਲੈਣ ਦੇਣ ਨਹੀਂ, ਅਸੀਂ ਉਹਨੂੰ ਛੱਡ ਰਹੇ ਹਾਂ। ਇਹ ਸਾਰੀਆਂ ਗੱਲਾਂ ਤੇ ਇੱਕ ਵਾਰੀ ਫਿਰ ਮੈਨੂੰ ਲੱਗਦਾ ਕਿ ਕੇਂਦਰੀ ਨੁਮਾਇੰਦੇ ਵਜੋਂ ਗਵਰਨਰ ਪੰਜਾਬ ਸਰਕਾਰ ਲਈ ਇੱਕ ਐਮਬੈਰਸਮੈਂਟ ਦੀ ਸਥਿਤੀ ਦੇ ਵਿੱਚ ਕੋਈ ਚਿੱਠੀ ਪੱਤਰ ਕਰ ਸਕਦੇ ਆ ਲਿਆ ਕੇ ਇਹਨਾਂ ਨੂੰ। ਇਹ ਵੀ ਇੱਕ ਬੜਾ ਅਹਿਮ ਪਹਿਲੂ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਰੰਧਾਵਾ ਸਾਹਿਬ, ਮੈਨੂੰ ਲੱਗਦਾ ਕਿ ਉਹ ਕਰਨਗੇ ਹੀ, ਕਿਉਂਕਿ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਸਭ ਤੋਂ ਪਹਿਲਾਂ ਰਾਜ ਸਰਕਾਰ ਦਾ ਕੰਮ ਹੈ। ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਲਾਅ ਐਂਡ ਆਰਡਰ ਰਾਜ ਸਰਕਾਰ ਦਾ ਹੈ, ਤਾਂ ਕੱਲ ਜਿਹੜੀ ਸਥਿਤੀਆਂ ਹੋ ਗਈਆਂ ਜਾਂ ਕੱਲ ਜਿੰਨੀਆਂ ਦਿਨੋਂ ਘਟਨਾਵਾਂ ਹੋਈਆਂ ਨੇ, ਉਸ ਤੇ ਮੁੱਖ ਮੰਤਰੀ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਂ ਕਿਸੇ ਵੀ ਤਰ੍ਹਾਂ ਐਟਲੀਸਟ ਇਹ ਕਹਿਣਾ ਚਾਹੀਦਾ ਸੀ ਵੀ ਅਸੀਂ ਇਹਨੂੰ ਕਿਵੇਂ ਹੈਂਡਲ ਕਰ ਰਹੇ ਹਾਂ। ਕਿਉਂਕਿ ਜਦੋਂ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸਬਮਿਟ ਤੋਂ ਬਾਅਦ, ਉਹਦੇ ਵਿੱਚ ਵੀ ਉਹ ਕੱਲਾ ਸਬਮਿਟ 'ਚ ਉਹੀ ਬੋਲ ਗਏ ਜਿਹੜਾ ਉਹ ਪਹਿਲਾਂ ਕੀ ਨਾਮ ਹੈ ਅੰਦਰ ਭਾਸ਼ਣ ਕਰਕੇ ਆਇਆ। ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਇਹਦਾ ਸਵਾਲ ਪੁੱਛਿਆ ਗਵਰਨਰ ਦਾ, ਉਹਨਾਂ ਨੇ LG ਦੀ ਗੱਲ ਸ਼ੁਰੂ ਕਰਤੀ ਕਿ ਦਿੱਲੀ 'ਚ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਅਰਵਿੰਦ ਕੇਜਰੀਵਾਲ ਜੋ ਕਰਨਾ ਚਾਹੁੰਦੇ ਹੈ ਉਹਦੇ ਤੇ LG ਅੜਿੱਕੇ ਲਗਾ ਰਿਹਾ। ਉਹਨਾਂ ਨੇ ਪੰਜਾਬ ਦੇ ਗਵਰਨਰ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ, ਜਦਕਿ ਕੱਲ ਕ੍ਰਾਈਸਿਸ ਤਾਂ ਪੰਜਾਬ ਦੇ ਗਵਰਨਰ ਦੇ ਲੈਟਰ ਕਰਕੇ ਖੜਾ ਹੋਇਆ ਔਰ ਉਦੋਂ ਤੱਕ ਉਹ ਆ ਚੁੱਕਿਆ ਸੀਗਾ, ਸਾਰਿਆਂ ਕੋਲੇ ਸੀਗਾ ਲੈਟਰ। ਇਹ ਸਵਾਲ ਵੀ ਹੋਏ ਨੇ ਉਹਦੇ ਚ, ਉਹਨਾਂ ਨੇ ਥੈਂਕ ਯੂ ਕਰਕੇ ਇਹਨੂੰ ਟਾਲਤਾ, ਅੱਗੇ ਵੱਧ ਗਏ। ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਵਾਲੀ ਘਟਨਾ ਹੈ, ਉਸ ਤੇ ਵੀ ਉਹਨਾਂ ਨੇ ਇੱਕ ਸ਼ਬਦ ਨਹੀਂ ਬੋਲਿਆ, ਜਦਕਿ ਜਦੋਂ ਤੁਸੀਂ ਦੇਖੋ ਐਡੇ ਐਡੇ ਵੱਡੇ ਇੰਡਸਟਰੀਅਲਿਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇੱਥੇ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਧੀਆ ਹੈ, ਸਾਡੇ ਕੰਟਰੋਲ 'ਚ ਹੈ, ਸਾਫ਼ ਸੁਥਰੀ ਹੈ, ਤਾਂ ਦੂਸਰੇ ਪਾਸੇ ਐਡਾ ਹੀ ਵੱਡੀ ਮਤਲਬ ਅਨਾਰਕੀ ਟਾਈਪ ਦਾ ਕੰਮ ਹੋ ਰਿਹਾ, ਤਾਂ ਉਸ ਤੇ ਮੁੱਖ ਮੰਤਰੀ ਸਟੇਟ ਦਾ ਜਿਹਦੇ ਕੋਲੇ ਹੋਮ ਡਿਪਾਰਟਮੈਂਟ ਵੀ ਹੈ, ਉਹ ਇੱਕ ਸ਼ਬਦ ਵੀ ਨਾ ਬੋਲੇ। ਇਹ ਵੀ ਕਿਤੇ ਮਤਲਬ ਮੈਨੂੰ ਲੱਗਦਾ ਕਿ ਇਹ ਖਾਮੀ ਰਹੀ ਹੈ, ਕੱਲ ਕਮੀ ਰਹੀ ਹੈ। ਤੀਸਰੀ ਜ਼ਰੂਰ ਉਹਨਾਂ ਨੇ ਜਿਹੜਾ ਅੰਮ੍ਰਿਤ ਰਤਨ ਹੈਗਾ ਜਿਹੜਾ ਕੋਟਪੱਤਾ ਵਾਲਾ, ਉਹ ਵਿਧਾਇਕ ਦੇ ਉੱਤੇ ਜ਼ਰੂਰ ਉਹਨਾਂ ਨੇ ਕਿਹਾ ਕਿ ਕੋਈ ਵੀ ਹੋਏ ਅਸੀਂ ਉਹਨੂੰ ਬਖਸ਼ਾਂਗੇ ਨਹੀਂ, ਰਿਸ਼ਵਤ ਸਾਡੇ ਮਤਲਬ ਨੂੰ ਆਮ ਆਦਮੀ ਪਾਰਟੀ ਜਿਹੜੀ ਹੈ ਟੋਲਰੇਟ ਨਹੀਂ ਕਰੇਗੀ। ਦੇਖੋ ਇਹ ਵਾਲਾ ਤਾਂ ਟੋਟਲੀ ਪੋਲੀਟੀਕਲੀ ਉਹ ਹੈ, ਇਸ ਤੋਂ ਕਿਸੇ ਨੇ ਕੋਈ ਲੈਣਾ ਦੇਣਾ ਨਹੀਂ। ਦੋ ਜਿਹੜੇ ਵੱਡੇ ਕ੍ਰਾਈਸਿਸ ਹੈ ਜਿੱਥੇ ਮੈਨੂੰ ਲੱਗਦਾ ਕਿ CM ਨੂੰ ਰਿਐਕਟ ਕਰਨਾ ਬਣਦਾ ਸੀਗਾ, ਉੱਥੇ ਮੈਨੂੰ ਲੱਗਦਾ ਕਿ CM ਨੇ ਰਿਐਕਟ ਨਹੀਂ ਕਰਕੇ ਬੜੀ ਵੱਡੀ ਗਲਤੀ ਕੀਤੀ ਹੈ। ਜਾਂ ਤਾਂ ਉਹ ਇਸ ਗੱਲ ਤੇ
ਥੋੜਾ ਹਜੇ ਚਿੰਤਨ ਕਰਨਾ ਚਾਹੁੰਦੇ ਆ ਕਿ ਉਹਦਾ ਜਵਾਬ ਕੀ ਦਈਏ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਹੋ ਸਕਦਾ ਲੀਗਲ ਕੋਈ ਓਪੀਨੀਅਨ ਲੈ ਰਹੇ ਹੋਣ, ਪਰ ਮੈਨੂੰ ਲੱਗਦਾ ਕਿ ਇੱਕ ਵਾਰੀ ਰਿਐਕਟ ਉਹਨਾਂ ਨੂੰ ਕੱਲ ਕਰਨਾ ਚਾਹੀਦਾ ਸੀ ਜਦੋਂ ਪੱਤਰਕਾਰ ਉਹਨਾਂ ਤੋਂ ਪੁੱਛ ਰਹੇ ਸੀ ਕਿ ਗਵਰਨਰ ਦੇ ਉਹਦੇ ਲੈਟਰ ਬਾਰੇ ਕੀ ਉਹਨਾਂ ਦਾ ਵਿਚਾਰ ਹੈ। ਤਾਂ ਉੱਥੇ ਵੀ ਬੇਸ਼ੱਕ ਚਾਹੇ ਇੰਨਾ ਹੀ ਕਹਿੰਦੇ ਕਿ ਜੀ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਆਪਣੀ ਕਾਨੂੰਨੀ ਟੀਮ ਨਾਲ, ਲੇਕਿਨ ਉਹਨਾਂ ਨੇ ਬਿਲਕੁਲ ਵੀ ਰਿਐਕਟ ਨਹੀਂ ਕੀਤਾ ਔਰ ਦਿੱਲੀ ਦੇ ਐਲਜੀ ਦੀ ਗੱਲ ਕਰਦੇ ਕਰਦੇ ਥੈਂਕ ਯੂ ਕਰਕੇ ਚਲੇ ਗਏ। ਦੇਖੋ, ਇਹ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕਾਲ ਕਰਨੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਭਾਵੇਂ ਸਮਿਟ ਚੱਲ ਰਹੀ ਸਵੇਰੇ 10 ਵਜੇ ਮੰਤਰੀ ਮੰਡਲ ਜੁੜ ਸਕਦਾ ਸੀ, ਭਾਵੇਂ ਉਹ ਵੀ ਗਵਰਨਰ ਸਾਹਿਬ ਵਾਂਗ ਇਹੀ ਕਹਿ ਦਿੰਦੇ ਕਿ ਅਸੀਂ ਗਵਰਨਰ ਦੇ ਪੱਤਰ ਦੇ ਉੱਤੇ ਕਾਨੂੰਨੀ ਸਲਾਹ ਮਸ਼ਵਰਾ ਕਰਾਂਗੇ ਤੇ ਇੱਕ ਵਾਰੀ ਇਹ ਸਮਿਟ ਤੋਂ ਬਾਅਦ ਫਿਰ ਬੈਠਾਂਗੇ, ਕਿਉਂਕਿ ਜੇ ਬਜਟ ਸੈਸ਼ਨ ਨੂੰ ਸਮਾਂ ਹੈਗਾ ਤੇ ਸਾਨੂੰ ਉਮੀਦ ਹੈ ਕਿ ਗਵਰਨਰ ਇਹਦੇ ਉੱਤੇ ਕੋਈ ਅੜਿੱਕਾ ਨਹੀਂ ਡਾਉਣਗੇ, ਭਾਵੇਂ ਪੋਲੀਟੀਕਲ ਸਟੇਟਮੈਂਟ ਦੇ ਦਿੰਦੇ। ਇਹ ਭਾਸਕਰ ਸਾਹਿਬ ਇੱਕ ਅਹਿਮ ਮਾਮਲਾ, ਵੈਸੇ ਤੁਸੀਂ ਜਿਹੜੀ ਗੱਲ ਕਰਨ ਲੱਗੇ ਉਹ ਜ਼ਰੂਰ ਕਰੋ, ਨਾਲ ਇਹ ਦੋ ਮਾਮਲੇ ਜ਼ਰੂਰ ਲੈ ਲਓ ਕਿ ਅੱਜ ਫਿਰ ਹੰਗਾਮਿਆਂ ਭਰਪੂਰ ਹੀ ਦਿਨ ਹੈ। ਅੱਜ ਹੁਣ ਤੋਂ ਥੋੜੀ ਦੇਰ ਬਾਅਦ ਅੰਮ੍ਰਿਤਪਾਲ ਦੇ ਸਮਰਥਕ ਨੂੰ ਜੇ ਛੱਡਤਾ ਜਾਂਦਾ ਹੈ ਤੇ ਉਹ ਬੜੇ ਸਨਮਾਨ ਨਾਲ ਇੱਕ ਜੇਤੂ ਅੰਦਾਜ਼ ਦੇ ਵਿੱਚ ਲੈ ਕੇ ਉਹ ਵਾਪਸ ਜਾਣਗੇ। ਹੋ ਸਕਦਾ ਉਹ ਦਰਬਾਰ ਸਾਹਿਬ ਪਹਿਲਾਂ ਸ਼ਰਧਾ ਵਿਅਕਤ ਕਰਨ, ਫਿਰ ਉਹ ਆਪਣੇ ਪਿੰਡ ਵੱਲ ਨੂੰ ਜਾਣ। ਇਹ ਸਾਰੀ ਗੱਲ ਵੀ ਇੱਕ ਡੈਮੋਨਸਟ੍ਰੇਸ਼ਨ, ਇੱਕ ਪ੍ਰਦਰਸ਼ਨ ਦੇ ਰੂਪ ਚ ਤਾਂ ਹੋਏਗੀ, ਇੱਕ ਨਜ਼ਰ ਤਾਂ ਆਏਗੀ। ਕੈਮਰੇ ਉੱਥੇ ਚੱਲਦੇ ਹੀ ਰਹਿਣਗੇ, ਇੰਟਰਵਿਊਜ਼ ਹੁੰਦੀਆਂ ਰਹਿਣਗੀਆਂ। ਇਹਦੇ ਨਾਲ ਅੱਜ ਡੀਐਸਪੀ ਬਲਵਿੰਦਰ ਸੇਖੋਂ ਦਾ ਮਾਮਲਾ ਵੀ ਸੋਸ਼ਲ ਮੀਡੀਆ ਤੇ ਬੜਾ ਭਖਿਆ ਹੋਇਆ। ਉਹਨਾਂ ਨੂੰ ਪੇਸ਼ ਕੀਤਾ ਜਾਣਾ ਹੈ। ਬ੍ਰਹਮ ਮਹਿੰਦਰਾ ਦੂਜੇ ਨੰਬਰ ਦੇ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਨਾਲ, ਬਣਨਾ ਤੇ ਸਿੱਧੂ ਨੇ ਸੀ, ਪਰ ਬ੍ਰਹਮ ਮਹਿੰਦਰਾ ਨੂੰ ਉਹਨਾਂ ਨੇ ਚੱਕ ਕੇ ਆਪਣੇ ਪ੍ਰੋਟੋਕਾਲ ਦੇ ਅਨੁਸਾਰ ਦੂਜਾ ਨੰਬਰ ਦਿੱਤਾ ਸੀ, ਯਾਦ ਹੋਣਾ ਤੁਹਾਨੂੰ। ਤੇ ਇਹ ਉਹਨਾਂ ਨੂੰ ਵੀ ਅੱਜ ਵਿਜੀਲੈਂਸ ਨੇ ਸੱਦਿਆ ਹੋਇਆ। ਏਡੇ ਵੱਡੇ ਮੰਤਰੀ ਜਦੋਂ ਆਣ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਸਾਹਮਣੇ ਬਹਿਣਗੇ, ਖਬਰ ਤਾਂ ਇਹ ਵੀ ਬਣਦੀ ਆ। ਇਹ ਤਿੰਨਾਂ ਚੀਜ਼ਾਂ ਨੂੰ ਇਕੱਠੇ ਐਡਰੈਸ ਕਰੋ ਜੀ। ਬਿਲਕੁਲ, ਇਹਨਾਂ ਤਿੰਨਾਂ ਚੀਜ਼ਾਂ ਤੋਂ ਪਹਿਲੇ ਇੱਕ ਇੱਕ ਕਰਕੇ ਜੇ ਗਵਰਨਰ ਸਾਹਿਬ ਦੇ ਉੱਤੇ ਕੱਲ ਮੁੱਖ ਮੰਤਰੀ ਉਸ ਲੈਟਰ ਦੇ ਬਾਅਦ ਚੁੱਪ ਨਜ਼ਰ ਆਏ, ਹਾਲਾਂਕਿ ਇਹ ਅੰਦਾਜ਼ ਮੁੱਖ ਮੰਤਰੀ ਦਾ ਨਵਾਂ ਹੈ। ਪਹਿਲੇ ਜਦ ਵੀ ਕਦੀ ਗਵਰਨਰ ਸਾਹਿਬ ਦੇ ਨਾਲ ਕੋਈ ਵਿਵਾਦ ਹੁੰਦਾ ਸੀ ਟਵੀਟ ਦੇ ਜ਼ਰੀਏ ਔਰ ਪੈਂਦੇ ਸੱਟੇ ਹੀ ਜਵਾਬ ਦਿੰਦੇ ਸੀਗੇ, ਕੱਲ ਚੁੱਪ ਨਜ਼ਰ ਆਏ, ਲੈਫਟੀਨੈਂਟ ਗਵਰਨਰ ਦੀ ਗੱਲਾਂ ਕਰਦੇ ਰਹੇ। ਹੁਣ ਇਸ ਮੁੱਦੇ ਦੇ ਉੱਤੇ ਜੇ ਮੁੱਖ ਮੰਤਰੀ ਨੇ ਕੱਲ ਸਟੈਂਡ ਨਹੀਂ ਲਿੱਤਾ ਤੇ ਅੱਜ ਤੇ ਉਹਨਾਂ ਨੂੰ ਲੈਣਾ ਹੀ ਪੈਣਾ। ਉਹਨਾਂ ਦੀ ਮਜਬੂਰੀ ਵੀ ਹੈਗੀ ਹੈ ਕਿ ਜੋ ਵੀ ਸਟੈਂਡ ਲੈਣਾ ਉਹਨਾਂ ਨੂੰ ਅੱਜ ਫਾਈਨਲਾਈਜ਼ ਕਰਨਾ ਪਏਗਾ। ਦੂਜਾ, ਅਜਨਾਲਾ ਵਾਲੇ ਮੁੱਦੇ ਦੇ ਉੱਤੇ ਅੰਮ੍ਰਿਤਪਾਲ ਦਾ ਭਾਸਕਰ ਸਾਹਿਬ, ਮੈਨੂੰ ਲੱਗਦਾ ਕੱਲ ਮੁੱਖ ਮੰਤਰੀ ਵੀ ਬਿਜੀ ਸੀ ਤੇ ਇਹਨਾਂ ਨਾਲੋਂ ਵੱਧ ਬਿਜੀ ਸੁਪਰੀਮੋ ਸੀਗੇ ਕੇਜਰੀਵਾਲ। ਉਹਨਾਂ ਦੇ ਪੀਏ ਨੂੰ ਸੱਦਿਆ ਸੀ। ਇਲਜ਼ਾਮ ਬੜੇ ਵੱਡੇ ਨੇ, ਸਸੋਦੀਆ ਦੀਆਂ ਮੁਸ਼ਕਲਾਂ ਵੀ ਵਧੀਆਂ ਪਈਆਂ ਨੇ। ਮੈਨੂੰ ਲੱਗਦਾ ਵੀ ਅਜੇ ਉੱਪਰੋਂ ਜਿਹੜੀ ਇੱਕ ਕਨਵਰਸੇਸ਼ਨ ਹੈ, ਹੁਕਮ ਲੈਣੇ ਹੁੰਦੇ ਆ, ਰਣਨੀਤੀ ਬਣਨੀ ਹੁੰਦੀ ਆ, ਉਹਦੇ ਲਈ ਫੁਰਸਤ ਨਹੀਂ ਮਿਲ ਸਕੀ। ਇਸ ਕਰਕੇ ਹੋ ਸਕਦਾ ਰਾਤ ਦੇ ਹਨੇਰੇ 'ਚ ਹੋ ਸਕਦਾ ਮੁੱਖ ਮੰਤਰੀ ਰਾਤੀ ਕਿਤੇ ਚਲੇ ਵੀ ਗਏ ਹੋਣ। ਵੈਸੇ ਤਾਂ ਲੇਕ ਕਲੱਬ 'ਚ ਪਤਾ ਨਹੀਂ ਅੰਦਰਪ੍ਰੀਤ ਗਏ ਕਿ ਨਹੀਂ। ਪੰਜਾਬ ਦੇ ਚੋਣਵੇਂ ਪੱਤਰਕਾਰ ਵੀ ਸੀਗੇ, ਸਤਿੰਦਰ ਸਰਤਾਜ ਗਾ ਰਹੇ ਸੀ, ਬੜਾ ਵਧੀਆ ਮਾਹੌਲ ਸੀ। ਮੈਂ ਇੱਥੋਂ ਦੂਰਬੀਨ ਲਾ ਕੇ ਵੇਖਦਾ ਸੀ ਵੀ ਜਸ਼ਨ ਹੋ ਰਹੇ ਸੀ ਇਨਵੈਸਟਮੈਂਟ ਦੇ ਰੂਪ ਦੇ ਵਿੱਚ, ਔਰ ਕਾਫੀ ਗਹਿਮਾ ਗਹਿਮੀ ਸੀ। ਮੁੱਖ ਮੰਤਰੀ ਗਏ ਨਹੀਂ ਹੋਣੇ ਰਾਤ ਨੂੰ, ਤੇ ਹੋ ਸਕਦਾ ਹੈ ਕਿ ਜਿਹੜੀ ਹੌਟਲਾਈਨ ਹੈ ਉਹਦੇ ਉੱਤੇ ਰਾਤੀ ਸਲਾਹ ਮਸ਼ਵਰਾ ਹੋ ਗਿਆ ਹੋਵੇ। ਅੱਜ ਤੁਹਾਡੀ ਗੱਲ ਠੀਕ ਹੈ ਕਿ ਸੁਪਰੀਮੋ ਦੇ ਆਦੇਸ਼ ਤੇ ਮੁੱਖ ਮੰਤਰੀ ਸਾਹਿਬ ਦੇ ਵਿਵੇਕ ਇਕੱਠੇ ਹੋ ਕੇ ਕੋਈ ਵੱਡੀ ਸਟੇਟਮੈਂਟ ਜਾਰੀ ਹੋ ਸਕਦੀ। ਹੁਣ ਗੱਲ ਅੱਗੇ ਵਧਾ ਦਿਓ। ਸੁਪਰੀਮੋ ਦੀ ਆਦੇਸ਼ ਦੀ ਗੱਲ ਕਰੀਏ ਤੇ ਕੱਲ ਅਮਿਤ ਰਤਨ ਕੋਟਫੱਤਾ ਨੂੰ ਜਿਸ ਤਰੀਕੇ ਨਾਲ ਫੜੇ ਜਾਣ ਤੋਂ ਬਾਅਦ ਵਿਜੀਲੈਂਸ ਨੇ ਕੋਰਟ ਦੇ ਸਾਹਮਣੇ ਪੇਸ਼ ਕੀਤਾ, ਤੁਹਾਨੂੰ ਯਾਦ ਹੋਏਗਾ ਜਦ ਵਿਜੇ ਸਿੰਗਲਾ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਉਹਨਾਂ ਨੂੰ ਕੈਬਨਿਟ ਤੋਂ ਕੱਢਿਆ ਗਿਆ ਸੀ ਔਰ ਅੰਦਰ ਕੀਤਾ ਗਿਆ ਸੀ। ਰਾਘਵ ਚੱਡਾ, ਅਰਵਿੰਦ ਕੇਜਰੀਵਾਲ ਉਹਨਾਂ ਦੇ ਮੇਰੇ ਖਿਆਲ ਨਾਲ ਮਿੰਟਾਂ ਦੇ ਵਿੱਚ ਹੀ ਟਵੀਟ ਆ ਗਏ ਸੀਗੇ ਕਿ ਦੇਖੋ ਸਾਡੇ ਮੁੱਖ ਮੰਤਰੀ ਨੇ ਕਿੰਨਾ ਵਧੀਆ ਕੰਮ ਕਰਤਾ, ਆਪ ਦੇ ਕੈਬਨਿਟ ਮੰਤਰੀ ਨੂੰ ਵੀ ਕਰਪਸ਼ਨ ਦੇ ਮੁੱਦੇ ਤੇ ਨਹੀਂ ਛੱਡਿਆ। ਪਰ ਕੋਟਫੱਤੇ ਦੇ ਫੜੇ ਜਾਣ ਤੋਂ ਬਾਅਦ ਦਿੱਲੀ ਤੋਂ ਕੋਈ ਟਵੀਟ ਨਹੀਂ ਆਇਆ। ਇਹ ਕੀ ਵਜ੍ਹਾ? ਉਹ ਗੱਲਾਂ ਪਹਿਲੇ ਵੀ ਤੁਰਦੀ ਸੀ ਕਿ ਦਿੱਲੀ ਵਾਲੇ ਨਹੀਂ ਚਾਹੁੰਦੇ ਕਿ ਅਮਿਤ ਰਤਨ ਕੋਟਫੱਤੇ ਉਹਨਾਂ ਨੂੰ ਫੜੋ, ਔਰ ਮੁੱਖ ਮੰਤਰੀ ਲਗਾਤਾਰ ਇਸ ਮੁੱਦੇ ਦੇ ਉੱਤੇ ਵਿਜੀਲੈਂਸ ਨੂੰ ਇਨਸਟਰਕਸ਼ਨ ਦਿੰਦੇ ਸੀਗੇ। ਪਰ ਕੱਲ ਦਿੱਲੀ ਵਾਲਿਆਂ ਦਾ ਟਵੀਟ ਇਸ ਮੁੱਦੇ ਤੇ ਨਾ ਆਣਾ ਔਰ ਆਪਣੇ ਮੁੱਖ ਮੰਤਰੀ ਨੂੰ ਆਪਣੇ ਹੀ ਐਮਐਲਏ ਦੀ ਅਰੈਸਟ ਦੇ ਉੱਤੇ ਵਧਾਈਆਂ ਦੇਣਾ, ਉਹ ਗੱਲ ਮਿਸ ਸੀਗੀ। ਦਿੱਲੀ ਵਾਲੇ ਕਿਉਂਕਿ ਖੁਦ ਵੀ ਬਿਜ਼ੀ ਹੈਗੇ ਨੇ, ਉੱਥੇ ਵੀ 26 ਤਰੀਕ ਨੂੰ ਜਦ ਪੇਸ਼ ਹੋਣਾ ਹੈ ਮਨੀਸ਼ ਸਿਸੋਦੀਆ ਉਹਨਾਂ ਨੂੰ, ਔਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਪੀਏ ਜਿਹੜੇ, ਉਹਨਾਂ ਦੀ ਵੀ ਕੱਲ ਪੁੱਛਗਿੱਛ ਹੋਈ ਉਸ ਮਨੀ ਲਾਂਡਰਿੰਗ ਦੇ ਚਾਰਜਸ ਦੇ ਉੱਤੇ। ਇਹ ਇੱਕ ਉਹਨਾਂ ਦੀ ਮੁਸੀਬਤਾਂ ਜ਼ਰੂਰ ਵਧੀਆਂ ਹੋਈਆਂ। ਹੁਣ ਗੱਲ ਕਰੀਏ ਬਲਵਿੰਦਰ ਸੇਖੋਂ ਉਹਨਾਂ ਦੀ। ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨਾ ਹੈ ਉਸ ਨੋਟਿਸ ਦੇ ਬਿਹਾਫ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਨੇ ਇਸ਼ੂ ਕੀਤਾ ਸੀਗਾ ਮਾਨਹਾਨੀ ਦਾ। ਹੁਣ ਬਲਵਿੰਦਰ ਸੇਖੋਂ ਉਹਨਾਂ ਕੋਰਟ ਦੇ ਵਿੱਚ, ਹਾਂਜੀ
ਭਾਸਕਰ ਸਾਹਿਬ ਨਾਲੋਂ ਨਾਲ ਚੀਜ਼ਾਂ ਕਲੀਅਰ ਕਰਦੇ ਚੱਲੀਏ। ਮੈਂ ਟਵਿੱਟਰ ਖੋਲ ਲਿਆ, ਰਾਘਵ ਚੱਡਾ ਦਾ ਟਵੀਟ ਸੀਗਾ, ਉਹ ਕਹਿੰਦੇ ਆ ਕਿ ਵੈਨ ਵੀ ਸੈਡ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਵੀ ਮੈਂਟ ਇਟ। ਫਿਰ ਉਹ ਥੱਲੇ ਆਪਣਾ ਪੂਰੇ ਦਾ ਪੂਰਾ ਟਵੀਟ ਲਿਖਦੇ ਆ, ਨਾਲ ਆਪਣੀ ਫੋਟੋ ਵੀ ਜਿਹੜੀ ਉਹ ਕੋਟ ਫੱਤੇ ਵਾਲੀ ਜਾਰੀ ਕਰਦੇ ਆ। ਸੋ ਆਪਾਂ ਇਹ ਨਾ ਕਹੀਏ ਵੀ ਉਹਨਾਂ ਰਿਐਕਟ ਨਹੀਂ ਕੀਤਾ, ਕੀਤਾ ਹੈ। ਹਾਂਜੀ, ਹੁਣ ਅੱਗੇ ਚਲੋ ਤੁਸੀਂ ਜਿਹੜਾ ਮਾਮਲਾ ਹੈਗਾ। ਔਰ ਇਹ ਦੇਰ ਸ਼ਾਮ ਨੂੰ ਕੱਲ ਇਹ ਟਵੀਟ ਆਇਆ ਹੋਏਗਾ। ਨਾਰਮਲੀ ਇਦਾਂ ਦੇ ਮਾਮਲੇ ਦੇ ਵਿੱਚ ਕੇਜਰੀਵਾਲ ਉਹਨਾਂ ਆਪਣੇ ਬੰਦਿਆਂ ਨੂੰ ਫੜਨ ਦੇ ਮਾਮਲੇ ਦੇ ਵਿੱਚ ਆਪਣੀ ਪਾਰਟੀ ਤੇ ਆਪਣੀ ਪੰਜਾਬ ਸਰਕਾਰ ਨੂੰ ਹਮੇਸ਼ਾ ਪਿੱਠ ਥਪਥਪਾਉਂਦੇ ਨਜ਼ਰ ਆਉਂਦੇ ਸੀਗੇ। ਪਰ ਹੁਣ ਬਲਵਿੰਦਰ ਸੇਖੋਂ ਉਹਨਾਂ ਦੀ ਗੱਲ ਅੱਗੇ ਤੋਰੀਏ, ਅੱਜ ਉਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ। ਬਲਵਿੰਦਰ ਸੇਖੋਂ ਉਹਨਾਂ ਕਿਹੜੇ ਪੁਆਇੰਟ ਰੱਖਦੇ ਨੇ? ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਦ ਕੋਰਟ ਵਿੱਚ ਪੇਸ਼ੀ ਹੋਈ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪਣੀ ਗੱਲਾਂ ਨੂੰ ਉਸ ਤਰੀਕੇ ਨਾਲ ਹੀ ਰੱਖਾਂਗਾ ਜਿਸ ਤਰੀਕੇ ਨਾਲ ਰੱਖਦਾ ਰਿਹਾ। ਸਵਾਲ ਪੁੱਛੇ ਜਾਣਗੇ ਕਿ ਉਹ ਬੰਦ ਲਿਫਾਫਿਆਂ ਦਾ ਖੇਲ ਕੋਰਟ ਦੇ ਵਿੱਚ ਕਿਉਂ ਰਚਿਆ ਗਿਆ, ਇੱਥੇ ਤੱਕ ਤੇ ਠੀਕ ਹੈ। ਲੇਕਿਨ ਜੋ ਗੱਲਾਂ ਆਪਣੀ ਵੀਡੀਓਜ਼ ਦੇ ਵਿੱਚ ਉਹਨਾਂ ਨੇ ਹੋਰ ਜ਼ਿਆਦਾ ਵੀ ਕਹੀ ਸੀ, ਜਿਹਦੇ ਕਰਕੇ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਵਾ ਪੇਸ਼ ਕੀਤਾ ਗਿਆ ਜਾਂ ਦਾਵਾ ਠੋਕਿਆ ਗਿਆ, ਉਸ ਮੁੱਦੇ ਦੇ ਉੱਤੇ ਅੱਜ ਬਲਵਿੰਦਰ ਸੇਖੋਂ ਉਹਨਾਂ ਦੀ ਤਲਖੀ ਕੋਰਟ ਦੇ ਵਿੱਚ ਕਿੱਦਾਂ ਦੀ ਰਹਿੰਦੀ ਹੈ। ਉਹਨਾਂ ਗੱਲਾਂ, ਜਿਨ੍ਹਾਂ ਗੱਲਾਂ ਦੇ ਸਬੂਤ ਉਹਨਾਂ ਕੋਲ ਨਹੀਂ ਹੈ, ਉਹਨਾਂ ਗੱਲਾਂ ਦੇ ਉੱਤੇ ਕੀ ਮਾਫੀ ਮੰਗ ਲੈਂਦੇ ਨੇ, ਇਹ ਵੀ ਸਾਰੀ ਗੱਲਾਂ ਦੇਖਣ ਨੂੰ ਮਿਲੇਗੀ। ਔਰ ਉਹ ਜਿਹੜੇ ਬਲਵਿੰਦਰ ਸੇਖੋਂ ਉਹਨਾਂ ਦੇ ਸਪੋਰਟਰਸ, ਜਿਨ੍ਹਾਂ ਨੂੰ ਉਹਨੇ ਅਪੀਲ ਕੀਤੀ ਸੀ ਕਿ ਕੱਲ ਹਾਈ ਕੋਰਟ ਪੇਸ਼ ਹੋ, ਯਾਨੀ ਅੱਜ, ਉਹ ਹਾਈ ਕੋਰਟ ਦੇ ਸਾਹਮਣੇ ਕਿਸ ਤਾਦਾਦ ਦੇ ਵਿੱਚ ਪਹੁੰਚਣਗੇ? ਅੰਮ੍ਰਿਤਪਾਲ ਉਹਨਾਂ ਦੀ ਉਸ ਕਾਲ ਨੂੰ ਤੇ ਕੱਲ ਦੇਖਿਆ ਗਿਆ ਅਜਨਾਲਾ ਦੇ ਵਿੱਚ। ਬਲਵਿੰਦਰ ਸੇਖੋਂ ਉਹਨਾਂ ਦੇ ਸਪੋਰਟਰ ਕਿਸ ਤਾਦਾਦ ਦੇ ਵਿੱਚ ਅੱਜ ਹਾਈ ਕੋਰਟ ਦੇ ਸਾਹਮਣੇ ਪੇਸ਼ ਹੁੰਦੇ ਨੇ, ਇਹ ਵੀ ਗੱਲ ਦੇਖਣ ਵਾਲੀ। ਨਹੀਂ, ਹਾਈ ਕੋਰਟ ਦੇ ਸਾਹਮਣੇ ਤਾਂ ਭਾਸਕਰ ਸਾਹਿਬ ਪੇਸ਼ ਨਹੀਂ ਹੋ ਸਕਦੇ, ਕਿਤੇ ਬਾਰ-ਬਾਰ ਹੀ ਕੋਈ ਹੋ ਜਾਣ ਤਾਂ ਗੱਲ ਵੱਖਰੀ ਹੈ, ਪਰ ਇਹ ਮਾਮਲਾ ਬਹੁਤ ਸੈਂਸਿਟਿਵ ਹੈ ਨਸ਼ਿਆਂ ਨੂੰ ਲੈ ਕੇ। ਮੈਂ ਰਮਦਾਸ ਵਿੱਚ ਇੱਕ ਗੱਲ ਕਰਨੀ ਚਾਹੁੰਦਾ ਸੀ ਕਿ ਇਹ ਦੇਖੋ ਦੋਨੋਂ ਤਰਫ ਤੋਂ ਇਹਨਾਂ ਇੱਕ ਕੋਈ ਸੈਂਟਰ ਵਾਲਾ ਪੁਆਇੰਟ ਨਹੀਂ ਲੈਂਦੇ, ਦੋਨੋਂ ਹੀ ਆਪਣੇ ਆਪਣੇ ਸਿਰੇ ਦੀਆਂ ਗੱਲਾਂ ਕਰ ਰਹੇ। ਦੇਖੋ ਸੁਪਰੀਮ ਹਾਈ ਕੋਰਟ ਲਈ ਵੀ ਇਹ ਚਿੰਤਨ ਕਰਨ ਵਾਲੀ ਗੱਲ ਹੈਗੀ ਹੈ ਕਿ ਜਦੋਂ 5 ਸਾਲ 6 ਸਾਲ ਹੀ ਲਾਓ ਜੀ, 6 ਸਾਲ ਹੀ ਹੋ ਗਿਆ ਉਸ ਰਿਪੋਰਟ ਨੂੰ ਆਏ ਹੋਏ, ਤੇ ਉਹ ਰਿਪੋਰਟ ਕਿਉਂ ਨਹੀਂ ਖੁੱਲ ਰਹੀ? ਕਿ ਡਰੱਗਸ ਦਾ ਮਾਮਲਾ ਇੰਨਾ ਕੁ ਛੋਟਾ ਮਾਮਲਾ ਹੈ ਕਿ ਜੇ ਕੋਈ ਗੱਲ ਨਹੀਂ 6 ਸਾਲ ਪਈ ਹੈ ਰਿਪੋਰਟ ਤਾਂ ਪਈ ਰਹਿਣ ਦੀ ਆਪਾਂ। ਇਹ ਵੀ ਮੈਨੂੰ ਲੱਗਦਾ ਕਿ ਹਾਈ ਕੋਰਟ ਦੇ ਜਿਹੜੇ ਜੱਜਸ ਨੇ ਉਹ ਵੀ ਸ਼ਾਇਦ ਇਸ ਤੇ ਚਿੰਤਨ, ਉਹਨਾਂ ਦਾ ਵੀ ਟਾਈਮ ਹੈਗਾ ਚਿੰਤਨ ਕਰਨ ਦਾ ਕਿ ਸੁਸਾਇਟੀ ਦੇਖੋ ਕਿੰਨੀ ਖਰਾਬ ਹੋਈ ਜਾ ਰਹੀ ਹੈ, ਬੱਚੇ ਮਰ ਰਹੇ ਹੈ, ਇਸ ਤੇ ਚਿੰਤਾ ਕਰਨ ਦੀ ਲੋੜ ਹੈਗੀ ਹੈ। ਪਰ ਨਾਲ ਦੀ ਨਾਲ ਇਹ ਜਿਹੜਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ, ਦੇਖੋ ਸਾਨੂੰ ਕਿਸੇ ਤੇ ਤਾਂ ਭਰੋਸਾ ਕਰਨਾ ਹੀ ਪੈਂਦਾ ਨਾ। ਜੇ ਕੋਰਟਾਂ ਤੇ ਅਸੀਂ ਭਰੋਸਾ ਨਹੀਂ ਕਰਾਂਗੇ ਤੇ ਫਿਰ ਜਾਵਾਂਗੇ ਕਿੱਥੇ? ਤੇ ਕੋਰਟਾਂ ਦੇ ਜੱਜਸ ਦੇ ਖਿਲਾਫ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਵੀ ਮੈਨੂੰ ਲੱਗਦਾ ਕਿ ਇਹ ਉਸ ਤਰ੍ਹਾਂ ਦਾ ਹੀ ਮਾਮਲਾ ਹੈ ਜਿਸ ਤਰ੍ਹਾਂ 6 ਸਾਲ ਰਿਪੋਰਟ ਰੱਖੇ ਰਹਿਣ ਦਾ ਮਾਮਲਾ ਹੈ। ਇਸ ਤੇ ਬਲਵਿੰਦਰ ਸੇਖੋਂ ਨੂੰ ਵੀ ਥੋੜਾ ਜਿਹਾ ਚਿੰਤਨ ਕਰਨ ਦੀ ਲੋੜ ਹੈ ਵੀ ਥੋੜਾ ਜਿਹਾ ਕਾਨੂੰਨੀ ਪਹਿਲੂ ਹੈਗੇ ਨੇ। ਤੁਸੀਂ ਇਸ ਗੱਲ ਤੇ ਯਾਚੀਕਾ ਦਾਇਰ ਕਰੋ ਕਿ ਜਲਦੀ ਖੋਲੋ ਜੀ ਰਿਪੋਰਟ, ਬਜਾਏ ਇਸ ਗੱਲ ਤੇ ਆਪਾਂ ਵੀ ਬਾਹਰ ਟੀਵੀਆਂ ਤੇ ਸਟੇਟਮੈਂਟਾਂ ਦਈਏ। ਇਹ ਵੀ ਕੋਈ ਚੰਗੀ ਗੱਲ ਨਹੀਂ ਹੈ। ਇਹ ਸਿਸਟਮ ਜਿਹੜੇ ਬਣਾਏ ਨੇ ਬਹੁਤ ਔਖੇ ਬਣੇ ਹੋਏ ਸਿਸਟਮ ਨੇ, ਇਹਨਾਂ ਨੂੰ ਇਸ ਤਰ੍ਹਾਂ ਕੋਲੈਪਸ ਨਹੀਂ ਕੀਤਾ ਜਾਣਾ ਚਾਹੀਦਾ। ਦੇਖੋ ਉਹ ਤਾਂ ਨਵਕਿਰਨ ਸਿੰਘ ਐਡਵੋਕੇਟ ਦੇ ਰੂਪ ਚ, ਰਾਜਵਿੰਦਰ ਬੈਂਸ ਦੇ ਰੂਪ ਚ ਹੋ ਹੀ ਰਹੇ ਐਫਰਟਸ, ਉਹਨਾਂ ਨੇ ਪਟੀਸ਼ਨਾਂ ਪਾਈਆਂ ਹੀ ਆ ਖਿਲਾਉਣ ਲਈ। ਔਰ ਇਹਦੇ ਵਿੱਚ ਬਲਵਿੰਦਰ ਸੇਖੋਂ ਵੀ ਧਿਰ ਬਣ ਸਕਦੇ ਸੀ, ਉਹ ਵੀ ਆਪਣਾ ਕੋਈ ਲਾਇਰ ਕਰਕੇ ਅੱਗੇ ਵੱਧ ਸਕਦੇ ਸੀ। ਔਰ ਜੇਕਰ ਅੱਛਾ ਇਨ ਟੋਟੈਲਿਟੀ ਸਮੂਹਿਕ ਤੌਰ ਤੇ ਚੀਜ਼ਾਂ ਨੂੰ ਰੱਦ ਕਰ ਦੇਣਾ ਇਹ ਵੀ ਵਾਰਾ ਨਹੀਂ ਖਾਂਦਾ। ਮਤਲਬ ਜੇ ਹਾਈ ਕੋਰਟ ਦੇ ਵਿੱਚ 60, 65, 70 ਜੱਜ ਹੋਣਗੇ ਤੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਖਿਲਾਫ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈ ਤਾਂ ਤੁਸੀਂ ਸੁਪਰੀਮ ਕੋਰਟ ਨੂੰ ਭੇਜ ਦਿਓ। ਤੁਹਾਡੇ ਕੋਲ ਦਸਤਾਵੇਜ਼ ਹੈ ਤਾਂ ਤੁਸੀਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਭੇਜੋ। ਜੇ ਕਾਰਵਾਈ ਨਹੀਂ ਹੁੰਦੀ ਪ੍ਰੈਸ ਕਾਨਫਰੰਸ ਕਰੋ ਕਿ ਮੈਂ ਚੀਫ ਜਸਟਿਸ ਸਾਹਿਬ ਨੂੰ ਪੁੱਛਦਾ ਵੀ ਮੈਂ ਦਸਤਾਵੇਜ਼ ਭੇਜਿਆ, ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਤੁਸੀਂ ਵਿਅਕਤੀਗਤ ਰੂਪ ਤੇ ਜਦੋਂ ਹਮਲਾ ਕਰਦੇ ਹੋ ਤਾਂ ਫਿਰ ਦੇਖੋ ਮਾਫ ਕਰਨਾ, ਬਲਵਿੰਦਰ ਸੇਖੋਂ ਜਾਂ ਉਹਨਾਂ ਦੇ ਸਮਰਥਕ ਇਸ ਗੱਲ ਤੇ ਬੁਰਾ ਮੰਨ ਜਾਣਗੇ ਕਿ ਇਹ ਗੱਲ ਕਹਿ ਰਹੇ ਆ, ਪਰ ਇੱਕ ਇਨਸੀਡੈਂਟ ਨੂੰ ਦੂਜਾ ਇਨਸੀਡੈਂਟ ਓਵਰਸ਼ੈਡੋ ਕਰ ਜਾਂਦਾ। ਜਿਸ ਤਰੀਕੇ ਨਾਲ ਬਲਵਿੰਦਰ ਸੇਖੋਂ ਪਿੱਛੇ ਚਲੇ ਗਏ, ਅੰਮ੍ਰਿਤਪਾਲ ਵਾਲੀ ਘਟਨਾ ਅੱਗੇ ਆ ਗਈ, ਕਦੇ ਕੋਟ ਫੱਤਾ ਆ ਜਾਊਗਾ। ਇਹ ਸਾਡੇ ਲੋਕ ਸੋਸ਼ਲ ਮੀਡੀਆ ਜਾਂ ਬਾਕੀ ਚੀਜ਼ਾਂ ਤੇ ਚੀਜ਼ਾਂ ਇੱਕ ਦੀ ਜਗ੍ਹਾ ਦੂਜੀ ਜਗ੍ਹਾ ਚੱਲਦੀਆਂ ਰਹਿੰਦੀਆਂ, ਕਦੇ ਕੋਈ ਤਰਜੀਹ ਤੇ ਆ ਜਾਂਦਾ, ਕਦੇ ਲੋਕਾਂ, ਔਰ ਜਿਹੜੀ ਖਬਰ 3 ਦਿਨ ਪਿੱਛੇ ਚਲੇ ਜਾਂਦੀ ਉਹਨੂੰ ਕੋਈ ਦੇਖਦਾ ਵੀ ਨਹੀਂ। ਹੁਣ ਬਲਵਿੰਦਰ ਸੇਖੋਂ ਨੇ ਇਹ ਸਾਰੇ ਕੁਝ ਨੂੰ ਕੱਲਿਆ ਫੇਸ ਕਰਨਾ ਇੱਕ ਤਰ੍ਹਾਂ ਨਾਲ। ਇੱਕ ਵਾਰੀ ਲੋਕ ਆ ਜਾਣਗੇ, 2 ਵਾਰੀ ਆ ਜਾਣਗੇ, ਬੜਾ ਔਖਾ ਹੋ ਜਾਂਦਾ। ਮੈਨੂੰ ਲੱਗਦਾ ਹੈ ਕਿ ਹਰੇਕ ਚੀਜ਼ ਲਈ ਇੱਕ ਸਿਸਟਮ ਬਣਾਉਣ ਦੀ ਲੋੜ ਹੈ। ਜੱਜਸ ਨੂੰ ਵੀ ਇਹਦੇ ਤੇ ਤੁਰੰਤ ਫੈਸਲਾ ਕਰਨਾ ਚਾਹੀਦਾ। ਇਹ ਇੱਥੋਂ ਤੱਕ ਨੌਬਤ ਕਿਉਂ ਆਵੇ? ਅੰਮ੍ਰਿਤਪਾਲ ਅੱਜ ਦੇ ਦਿਨ ਚ ਕਹਿ ਰਹੇ ਨੇ ਕਿ ਉਹ ਨਸ਼ੇ ਛਡਾ ਰਹੇ ਨੇ, ਅੰਮ੍ਰਿਤਪਾਨ ਕਰਾ ਰਹੇ ਆ। ਉਹ ਕਹਿੰਦੇ ਜਿਹੜੇ ਜਿੱਥੇ ਜਿੱਥੇ ਤੁਸੀਂ ਫੇਲ ਹੋਏ ਹੋ ਐਸਐਸਪੀ ਨੂੰ ਸਿੱਧਾ ਸਵਾਲ ਕਰ ਰਹੇ ਹੋ, ਤੁਹਾਡਾ ਕੰਮ ਅਸੀਂ ਕਰ ਰਹੇ ਹਾਂ।
ਤਾਂ ਨਸ਼ੇ ਤੁਸੀਂ ਨਹੀਂ ਛਡਾ ਸਕੇ, ਤੁਸੀਂ ਨਸ਼ੇ ਨਹੀਂ ਫੜ ਸਕੇ, ਤੁਹਾਡਾ ਕੰਮ ਅਸੀਂ ਕਰ ਰਹੇ ਹਾਂ, ਤੁਸੀਂ ਸਾਨੂੰ ਗਲਤ ਕਿਵੇਂ ਕਹਿੰਦੇ ਹੋ? ਮੇਰਾ ਮਤਲਬ ਹੈ ਕਿ ਇੱਕ ਛੋਟੀ ਜੀ ਅਲਾਮਤ ਜਿਹੜੀ ਕਦੇ ਬਹੁਤ ਪਹਿਲੇ ਸ਼ੁਰੂ ਦੇ ਵਿੱਚ ਛੋਟੀ ਹੋਊਗੀ, ਹੁਣ ਐਡੀ ਵਿਕਰਾਲ ਰੂਪ ਧਾਰਨ ਕਰ ਗਈ ਹੈ ਕਿ ਉਹਦੇ ਉੱਤੇ ਸਾਰੀ ਦੀ ਸਾਰੀ ਸੁਸਾਇਟੀ ਉਮੜ ਪੈਂਦੀ ਹੈ। ਮੈਂ ਇੰਦਰਪ੍ਰੀਤ ਜੀ ਇੱਕ ਅਗਲਾ ਸਵਾਲ SYL ਵਾਲਾ ਲੈਣਾ ਚਾਹੂੰਗਾ। ਬੜਾ ਅਹਿਮ ਸਵਾਲ ਆ ਵੀ ਹਰਿਆਣੇ ਦੇ ਬਜਟ 'ਚ 101 ਕਰੋੜ ਰੱਖਿਆ ਗਿਆ, ਇਹ ਵੀ ਭਖੂਗਾ? ਇੱਕ ਅੱਧੇ ਦਿਨ ਦੀ ਸੁਰਖੀ ਫਿਰ ਵੱਡੀ ਹੋ ਜਾਊਗੀ ਇਸ ਮਾਮਲੇ ਨੂੰ ਲੈ ਕੇ, ਕੀ ਕਹਿੰਦੇ ਹੋ? ਬਿਲਕੁਲ, ਇਹ ਜੋ ਲੱਗਦਾ ਹੈ ਕਿ ਇਹ ਭਖੂਗਾ ਹੀ, ਕਿਉਂਕਿ 2024 ਚ ਅਗਲਾ ਸਾਲ 2024 ਦਾ ਹੈ, ਔਰ ਜਦੋਂ ਇਸ ਕਿਸਮ ਦੇ ਸ਼ੋਅ ਸ਼ੁਰੂ ਹੋ ਜਾਣ ਨਾ, ਜਿਸ ਦਾ ਕੋਈ ਹੱਲ ਨਹੀਂ ਹੁੰਦਾ, ਤਾਂ ਇਹ ਲੱਗਦਾ ਹੀ ਹੁੰਦਾ ਕਿ ਇਲੈਕਸ਼ਨ ਕੋਲੇ ਹੈਗੇ ਨੇ। ਤਾਂ ਮੈਨੂੰ ਲੱਗਦਾ ਕਿ ਹਰਿਆਣਾ ਸਰਕਾਰ ਨੇ, ਕਿਉਂਕਿ ਅਗਲੇ ਸਾਲ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਾਣਾ ਹੈ, ਉਸ ਮੋਡ ਨੂੰ ਲੈ ਕੇ ਹੈ ਕਿ 1 ਕਰੋੜ ਰੁਪਏ ਇਹਨਾਂ ਨੇ ਰੱਖਿਆ ਹੈ। ਅਦਰਵਾਈਜ਼ ਜਿਹੜੀ ਇਹ ਨਹਿਰ ਹੈ, ਮੈਂ ਤਾਂ ਇਕੱਲੇ ਪੰਜਾਬ ਦੇ ਪੋਰਸ਼ਨ ਦੀ ਗੱਲ ਕਰ ਰਿਹਾ। ਜੇ ਪੰਜਾਬ ਦੇ ਪੋਰਸ਼ਨ 'ਚ ਵੀ ਇਹ ਇਕੱਲੀ ਨਹਿਰ ਬਣਾਉਣੀ ਹੋਵੇ ਤਾਂ ਅੱਜ ਦੀ ਡੇਟ 'ਚ ਸਾਨੂੰ 2500 ਕਰੋੜ ਤੋਂ ਉੱਪਰ ਰੁਪਇਆ ਚਾਹੀਦਾ ਹੈ, ਕਿਉਂਕਿ ਇਹ ਨਹਿਰ ਇੰਨੀ ਕੁ ਜ਼ਿਆਦਾ ਬਰਬਾਦ ਹੋ ਚੁੱਕੀ ਹੈ। ਇਹਨੂੰ ਤਾਂ ਨਵੇਂ ਸਿਰੇ ਤੋਂ ਹੀ ਤੋੜ ਕੇ ਬਣਾਉਣਾ ਪਊਗਾ। ਫਿਰ ਉੱਥੇ 101 ਕਰੋੜ ਰੁਪਏ ਦੀ ਰਾਸ਼ੀ ਕੋਈ ਮੈਨੂੰ ਲੱਗਦਾ ਜ਼ਿਆਦਾ ਅਹਿਮੀਅਤ ਵਾਲੀ ਹੈ ਨਹੀਂ ਹੈ। ਇਹ ਸਿਰਫ ਇੱਕ ਜਿਸ ਤਰ੍ਹਾਂ ਹੁੰਦਾ ਕਿ ਵੀ ਚਲੋ ਪੋਲੀਟੀਕਲ ਸਕੋਰ ਕਰ ਲਿਆ ਜਾਏ। ਹੁਣ ਕੱਲ ਨੂੰ ਬਹਿਸ ਸ਼ੁਰੂ ਹੋਣੀ ਹੈ, ਮਤਲਬ ਮੁੱਦੇ ਕੱਲ ਨੂੰ ਦੇਖੋ ਬਹਿਸ ਸ਼ੁਰੂ ਹੋਣੀ ਹੈ ਬਜਟ ਦੇ ਉੱਤੇ, ਤਾਂ ਓਪੋਜੀਸ਼ਨ ਪਾਰਟੀਆਂ ਤਾਂ ਕਹਿਣਗੀਆਂ ਜੀ ਤੁਸੀਂ SYL ਤੇ ਕੀ ਕੀਤਾ। ਤਾਂ ਘੱਟੋ ਘੱਟ ਮਨੋਹਰ ਲਾਲ ਖੱਟਰ ਜੀ ਕੋਲੇ ਇੱਕ ਹੋਏਗਾ ਕਿ ਦੇਖੋ ਅਸੀਂ ਤਾਂ ਆਪਣੇ ਵੱਲੋਂ ਕੋਰਟ 'ਚ ਵੀ ਕੇਸ ਜਿੱਤ ਗਿਆ, ਸੁਪਰੀਮ ਕੋਰਟ 'ਚ ਅਸੀਂ ਸਰਕਾਰ ਨੂੰ ਵੀ ਕਿਹਾ ਹੋਇਆ, ਤੇ ਹੁਣ ਉਹਨਾਂ ਜੇ ਕੱਲ ਹੀ ਕੰਮ ਸ਼ੁਰੂ ਵੀ ਹੋ ਗਿਆ ਤਾਂ ਅਸੀਂ ਉਹਦੇ ਲਈ ਪ੍ਰੋਵੀਜ਼ਨ ਵੀ ਕਰ ਲਈ 101 ਕਰੋੜ ਰੁਪਏ ਦੀ। ਪਰ ਹਜੇ ਤੱਕ ਪਾਣੀ ਇਸ 'ਚ ਜਾਣਾ ਹੈ ਕਿ ਨਹੀਂ ਜਾਣਾ, ਹਜੇ ਤੱਕ ਤਾਂ ਇਹ ਹੀ ਤੈਅ ਨਹੀਂ ਹੋਇਆ ਹੈਗਾ, ਤੇ ਨਾ ਹੀ ਸੁਪਰੀਮ ਕੋਰਟ ਨੇ ਇਹ ਕੋਈ ਤੈਅ ਕੀਤਾ ਕਿ ਇਸ 'ਚ ਪਾਣੀ ਜਾਣਾ ਹੈ। ਉਹਨਾਂ ਨੇ ਤਾਂ ਕਿਹਾ ਵੀ ਨਹਿਰ ਬਣਾ ਦਿਓ, ਕਿਉਂਕਿ ਨਹਿਰ ਬਣਾਉਣ ਦਾ ਤੁਸੀਂ ਗੱਲ ਕੀਤੀ ਸੀ। ਸੋ ਮੈਨੂੰ ਲੱਗਦਾ ਕਿ ਇਹ ਕੋਈ ਜ਼ਿਆਦਾ ਇੰਪੋਰਟੈਂਟ ਇਸ਼ੂ ਨਹੀਂ ਹੈਗਾ। ਹਾਂ, ਬਿਲਕੁਲ ਠੀਕ ਹੈ ਕਿ ਜਿੰਦਾ ਰੱਖਿਆ ਜਾਵੇ ਇਸ ਗੱਲ ਨੂੰ। ਔਰ ਦੂਜੀ ਗੱਲ, ਹਰਿਆਣਾ ਸਦਾ ਸੁਪਰੀਮ ਕੋਰਟ 'ਚ ਵੀ ਇਹੀ ਸਟੈਂਡ ਲੈਂਦਾ ਹੁੰਦਾ ਜੀ ਪਾਣੀਆਂ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਨਹਿਰ ਬਣਵਾ ਦਿਓ। ਤੇ ਉਹ ਨਹਿਰ ਬਣਵਾ ਦਿਓ ਮਤਲਬ ਇਹ ਇੱਕ ਪੋਲੀਟੀਕਲ ਇਸ਼ੂ ਆ ਕਿ ਵੋਟਾਂ ਲੈਣੀਆਂ ਨੇ, ਕੌਣ ਹਰਿਆਣੇ ਦਾ ਹਤੈਸ਼ੀ ਆ ਤੇ ਕੌਣ ਹਤੈਸ਼ੀ ਨਹੀਂ ਆ। ਉੱਥੇ ਵੀ ਇਹੀ ਦੋਸ਼ ਲੱਗਦੇ ਰਹਿੰਦੇ ਜੀ, ਤੁਸੀਂ ਚੁਟਾਲਿਆਂ ਨੂੰ ਕਿਹਾ ਜਾਂਦਾ ਤੁਸੀਂ ਬਾਦਲਾਂ ਨਾਲ ਰਲੇ ਸੀ, ਕਾਂਗਰਸ ਨੂੰ ਕਿਹਾ ਜਾਂਦਾ ਜੀ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ ਆਹ ਕਰਤਾ। ਤੇ ਭਾਸਕਰ ਸਾਹਿਬ, ਆਖਰੀ ਖਬਰ ਆਪਾਂ ਲੈਨੇ ਆ ਕਾਂਗਰਸ ਦੀ। ਪਵਨ ਖੇੜਾ ਨੂੰ ਕੱਲ ਜਹਾਜ਼ ਚੋਂ ਲਾ ਲਿਆ ਗਿਆ, ਤੇ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਖੜੀ ਹੋ ਜਾਂਦੀ ਹੈ ਸੁਣਵਾਈ ਲਈ। ਤੇ ਇਸ ਤੋਂ ਬਾਅਦ ਅੱਜ ਕਾਂਗਰਸ ਨੇ 2024 ਦੀ ਤਿਆਰੀ ਲਈ ਇੱਕ ਬਿਗਲ ਬਚਾਉਣਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਸਾਂਝੇ ਤੌਰ ਤੇ ਜ਼ੁਬਾਨ ਦੇ ਦਿਓ। ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀਆਂ ਪਰਿਸਥਿਤੀਆਂ ਦੇ ਵਿੱਚ ਸਰਕਾਰ ਨੂੰ, ਨਰਿੰਦਰ ਮੋਦੀ ਗਵਰਨਮੈਂਟ ਨੂੰ ਕੋਈ ਸੰਕਟ ਕਿਸੇ ਰੂਪ 'ਚ ਦਿਸਦਾ ਹੈ ਕਿ ਇਹ ਏਡਾ ਵੱਡਾ ਡੈਂਟ ਪਾ ਦੇਣਗੇ ਇੰਨੇ ਰੌਲੇ ਜੋ ਆ? ਭਾਰਤ ਜੋੜੋ ਯਾਤਰਾ ਦੇ ਵਿੱਚ ਜਿਸ ਤਰੀਕੇ ਨਾਲ ਕਈ ਐਲੀਗੇਸ਼ਨਸ ਲੱਗੇ ਸੀ, ਹੁਣ ਵਾਰੀ ਸੀਗੀ ਰਾਏਪੁਰ ਦੇ ਵਿੱਚ ਕਾਂਗਰਸ ਦਾ ਅਧਿਵੇਸ਼ਨ, ਔਰ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਣਾ ਸੀਗਾ ਵੀ 2024 ਤੋਂ ਪਹਿਲੇ ਕਿੱਦਾਂ ਇੱਕ ਥਰਡ ਫਰੰਟ ਦਾ ਕਾਂਗਰਸ ਪਾਰਟ ਬਣੇਗਾ, ਲੀਡ ਕਰੇਗਾ, ਜਾਂ ਉਹਦਾ ਕੀ ਰੋਲ ਹੋਏਗਾ। ਉਸ ਤੋਂ ਪਹਿਲੇ ਪਵਨ ਖੇੜਾ ਹੋਣਾ ਔਰ ਕਈ ਕਾਂਗਰਸੀ ਆਗੂ ਕੱਲ ਚੱਲੇ ਸੀਗੇ ਰਾਏਪੁਰ, ਜਹਾਜ਼ 'ਚ ਬਹਿ ਗਏ ਸੀਗੇ। ਉੱਥੇ ਅਚਾਨਕ ਕੁਝ ਪੁਲਿਸ ਵਾਲੇ ਤੇ 에ਅਰਪੋਰਟ ਅਫੀਸ਼ੀਅਲਸ ਆਉਂਦੇ ਨੇ, ਉਹ ਕਹਿੰਦੇ ਨੇ ਕਿ ਵੀ ਤੁਸੀਂ ਥੱਲੇ ਚਲੋ, ਤੁਹਾਡਾ ਸਮਾਨ ਚੈੱਕ ਕਰਨਾ। ਉਹ ਕਹਿੰਦਾ ਮੇਰਾ ਸਮਾਨ ਤੇ ਹੈ ਹੀ ਨਹੀਂ। ਕਹਿੰਦੇ ਨਹੀਂ, ਥੱਲੇ DCP ਸਾਹਿਬ ਖੜੇ ਨੇ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਜਦ ਉਹਨਾਂ ਨੂੰ ਥੱਲੇ ਉਤਾਰਿਆ ਗਿਆ ਤੇ ਕਹਿੰਦੇ ਵੀ ਨਾਲ ਦੇ ਨਾਲ ਤੁਸੀਂ ਅਰੈਸਟ ਹੋ ਗਏ ਹੋ। ਹਾਲਾਂਕਿ ਅਰੈਸਟ ਹੋਣ ਦੀ ਗੱਲ ਉਹਨਾਂ ਨੇ ਬਾਅਦ ਚੋਂ ਮੰਨੀ, ਜਦ ਲਿਖਿਤ ਤੌਰ ਤੇ ਇਹ ਗੱਲ ਪੁੱਛੀ ਗਈ ਜਿਹੜੇ ਕਾਂਗਰਸ ਦੇ ਸਪੋਕਸਪਰਸਨ ਨੇ ਸੁਰਜੇਵਾਲਾ, ਉਹਨਾਂ ਨੇ ਪੁੱਛਿਆ ਵੀ ਤੁਸੀਂ ਲਿਖ ਕੇ ਦਿਓ ਕਿ ਅਰੈਸਟ ਕਰ ਲਿਆ। ਹੁਣ ਮੁੱਦਾ ਕੀ ਸੀਗਾ? ਕੁਝ ਦਿਨ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਪਵਨ ਖੇੜਾ ਉਹਨਾਂ ਨੇ, ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਨਾਂ ਲਿੱਤਾ ਸੀਗਾ, ਔਰ ਨਾਂ ਗਲਤ ਤਰੀਕੇ ਨਾਲ ਲਿੱਤਾ ਸੀਗਾ। ਔਰ ਉਹਨਾਂ ਨੇ ਉਹ ਗੱਲ ਕਰਦੇ ਟਾਈਮ ਵੀ ਕਿ ਪ੍ਰਧਾਨ ਮੰਤਰੀ ਦਾ ਨਾਂ ਕਿ ਨਰਿੰਦਰ ਜਿਹੜਾ ਨਾਮ ਹੈ ਉਹ ਗੌਤਮ ਦਾਸ ਮੋਦੀ, ਯਾਨੀ ਨਰਿੰਦਰ ਗੌਤਮ ਦਾਸ ਮੋਦੀ, ਅਡਾਨੀ ਉਹਨਾਂ ਦੀ ਤਰਫ ਉਹਨਾਂ ਦਾ ਇੰਡੀਕੇਸ਼ਨ ਸੀਗਾ। ਬਾਅਦ ਚੋਂ ਭਾਵੇਂ ਉਹਨਾਂ ਨੇ ਇਹ ਬਹਾਨਾ ਮਾਰਿਆ ਕਿ ਵੀ ਇਹ ਦਾਮੋਦਰ ਦਾਸ ਹੈ ਜਾਂ ਗੌਤਮ ਦਾਸ ਹੈ। ਉਹ ਕਹਿੰਦੇ ਅੱਛਾ ਦਾਮੋਦਰ ਦਾਸ ਹੈ, ਪਰ ਕੰਮ ਗੌਤਮ ਦਾਸ ਵਾਲੇ ਹੈਗੇ। ਇਸ ਟਿੱਪਣੀ ਨੂੰ ਲੈ ਕੇ ਅਸਮ ਦੇ ਵਿੱਚ ਇੱਕ BJP ਦੇ ਕਾਰਿਆਕਰਤਾ ਨੇ, BJP ਦੇ ਲੀਡਰ ਨੇ ਇੱਕ ਕੇਸ ਦਰਜ ਕੀਤਾ। ਇੱਕ ਕੇਸ ਲਖਨਊ ਦੇ ਵਿੱਚ ਦਰਜ ਹੋਇਆ। ਉਸ ਕੇਸ ਦੇ ਬੇਸਿਸ ਦੇ ਉੱਤੇ ਕੱਲ ਜਿਹੜੇ ਪਵਨ ਖੇੜਾ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੁਪਰੀਮ ਕੋਰਟ ਦੇ ਵਿੱਚ 2 ਘੰਟੇ ਦੇ ਵਿੱਚ ਇਹ ਸੁਣਵਾਈ ਸ਼ੁਰੂ ਹੋ ਗਈ। 3 ਤੋਂ 3:30 ਵਜੇ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਰਾਹਤ ਦਿੰਦੇ ਹੋਏ ਪਵਨ ਖੇੜਾ ਉਹਨਾਂ ਨੂੰ ਇਹ ਜ਼ਰੂਰ ਕਿਹਾ ਕਿ ਵੀ ਤੁਹਾਨੂੰ ਬੋਲਣ ਤੋਂ ਪਹਿਲੇ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਤੁਹਾਨੂੰ 2 ਦਿਨ ਦਾ ਰਿਲੀਫ ਦੇ ਰਹੇ ਹਾਂ, ਤੁਸੀਂ ਇਹਦੇ ਖਿਲਾਫ ਕੋਈ ਆਪਣੀ ਐਂਟੀਸਿਪੇਟਰੀ ਬੇਲ ਜਾਂ ਹੋਰ
ਅਦਾਲਤ ਦਾ ਦਰਵਾਜ਼ਾ ਖਟਖਟਾਣਾ ਤਾਂ ਤੁਸੀਂ ਖਟਖਟਾ ਸਕਦੇ ਹੋ। ਹੁਣ ਮੁੱਦਾ ਹੈਗਾ ਹੈ ਕਿ ਦੇਸ਼ ਦੇ ਵਿੱਚ ਕਿੰਨਾ ਮੁੱਦਿਆਂ ਦੇ ਉੱਤੇ ਗੱਲ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਵੀ ਪਾਰਲੀਮੈਂਟ ਦੇ ਵਿੱਚ ਜਦ ਬੋਲ ਰਹੇ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਗਾਂਧੀ ਪਰਿਵਾਰ ਨੂੰ, ਯਾਨੀ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਪਰਿਵਾਰ ਨੂੰ ਨਹਿਰੂ ਸਰਨੇਮ ਰੱਖਣ ਵਾਸਤੇ ਕਿਉਂ ਸ਼ਰਮ ਆਉਂਦੀ ਹੈ। ਔਰ ਐਦਾਂ ਦਾ ਹੀ ਕੁਝ ਪਵਨ ਖੇੜਾ ਉਹਨਾਂ ਨੇ, ਕਿਉਂਕਿ ਕਾਂਗਰਸ ਦੇ ਜਿਹੜੇ ਦੂਜੀ ਲਾਈਨ ਦੇ ਲੀਡਰ ਹੈਗੇ ਨੇ ਉਹ ਆਪਣੇ ਲੀਡਰ ਦੇ ਲਾਏ ਹੋਏ ਇਲਜ਼ਾਮਾਂ ਦੇ ਉੱਤੇ ਕੋਈ ਨਾ ਕੋਈ ਜਵਾਬ ਦੇਣਾ ਚਾਹੁੰਦੇ ਨੇ। ਉਸ ਜਵਾਬ ਦੇ ਵਿੱਚ ਡੈਰੋਗੇਟਰੀ ਸ਼ਬਦ ਸੀਗਾ, ਕਿਉਂਕਿ ਕਦੀ ਵੀ ਤੁਸੀਂ ਕਿਸੇ ਪ੍ਰਧਾਨ ਮੰਤਰੀ ਵਰਗੇ ਲੀਡਰ ਦਾ ਪਿਤਾ ਦਾ ਨਾਂ ਜਾਂ ਉਹਨਾਂ ਦਾ ਨਾਂ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਹੋ ਤੇ ਉਹਨਾਂ ਦੇ ਵੀ ਸੈਂਟੀਮੈਂਟ ਹਰਟਸ ਹੁੰਦੇ ਨੇ। ਪਰ ਚਲੋ ਇਹ ਗੱਲ ਪੋਲੀਟੀਕਲ ਤਰੀਕੇ ਨਾਲ ਦੇਖੀਏ ਤੇ ਇੱਕ ਤਰੀਕੇ ਨਾਲ ਨੈਸ਼ਨਲ ਲੈਵਲ ਤੇ ਪੋਲਿਟਿਕਸ ਬੜੇ ਲੋ ਸਟੈਂਡਰਡ ਦੀ ਹੋ ਰਹੀ ਹੈ। ਉਹ ਇਸ ਗੱਲ ਦਾ ਇੰਡੀਕੇਸ਼ਨ ਹੈਗਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਦ ਜਹਾਜ਼ ਤੋਂ ਉਤਾਰ ਕੇ ਕਿਸੇ ਨੂੰ ਫੜਿਆ ਜਾਂਦਾ ਹੈ ਔਰ ਉਹ ਮੁੱਦੇ ਨੈਸ਼ਨਲ ਨਿਊਜ਼ ਬਣਦੇ ਨੇ ਤੇ ਇਹ ਇੱਕ ਬੜੀ ਚਿੰਤਾ ਦੀ ਗੱਲ ਹੈ, ਕਿਉਂਕਿ ਗੱਲ ਮੁੱਦਿਆਂ ਦੀ ਹੋਣੀ ਚਾਹੀਦੀ ਹੈ, ਗੱਲ ਸਟੇਟਮੈਂਟਾਂ ਦੀ ਹੋਣੀ ਸ਼ੁਰੂ ਹੋ ਜਾਏ ਤੇ ਪੋਲਿਟਿਕਸ ਦਾ ਸਤਰ ਕਿਸ ਪਾਸੇ ਜਾ ਰਿਹਾ ਹੈ, ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।